ਸ਼ੇਰ ਪੰਜਾਬ AM 600 ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਦ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਅੱਜ ਵੀ ਮੈਂ ਪਹਿਲਾਂ ਗੱਲ ਕਰਕੇ ਹਟੀ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਗੱਲਬਾਤ ਕਰਨੀ ਹੈ। ਮੇਰੇ ਨਾਲ ਬਹੁਤ ਖਾਸ ਸ਼ਖਸੀਅਤ ਨੇ, ਕੈਲਗਰੀ ਤੋਂ ਚੱਲ ਕੇ ਆਏ ਨੇ। ਮੈਂ ਚਾਹੁੰਦੀ ਤਾਂ ਇਹਨਾਂ ਨੂੰ ਕੱਲ੍ਹ ਨੂੰ ਇੰਟਰਵਿਊ ਕਰਨਾ ਸੀ ਕਿਉਂਕਿ ਮੇਰੇ ਲਈ ਇਹ ਇੱਕ ਵੰਡਰਫੁਲ ਵੂਮਨ ਹੈ, ਪਰ ਕਿਉਂਕਿ ਇਹਨਾਂ ਦਾ ਸਕੈਜੂਲ ਟਾਈਟ ਸੀ, ਇਹਨਾਂ ਨੇ ਚਲੇ ਜਾਣਾ ਵਾਪਸ, ਸੋ ਮੈਂ ਮੌਕਾ ਨਹੀਂ ਸੀ ਖੁੰਝਾਉਣਾ ਚਾਹੁੰਦੀ। ਅੱਜ ਆਪਣੇ ਨਾਲ ਸ਼ਾਮਿਲ ਕੀਤਾ ਹੈ। ਇਹ ਬਹੁਤ ਇੰਸਪਾਇਰਿੰਗ ਮੈਂ ਕਹੂੰਗੀ ਕਿ ਪਰਸਨੈਲਿਟੀ ਹੈ। ਮੇਰਾ ਇਹਨਾਂ ਦੇ ਨਾਲ ਜਿਹੜਾ ਸੰਪਰਕ ਹੋਇਆ ਉਹ ਸਿਰਫ ਅਤੇ ਸਿਰਫ ਫੇਸਬੁੱਕ 'ਤੇ ਹੋਇਆ। ਯੂਟਿਊਬ 'ਤੇ ਮੈਂ ਇੱਕ ਸਿਲਸਿਲਾ ਪਿਛਲੇ ਸਾਲ ਲਗਾਤਾਰ ਜਾਰੀ ਰੱਖਿਆ ਸੀ, ਜਿਹੜਾ ਕੁਝ ਦੇਰ ਦੇ ਲਈ ਰੋਕਿਆ ਹੋਇਆ, ਚਿੱਠੀਆਂ ਅਣਲਿਖੀਆਂ ਦਾ। ਉਹਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਔਰ ਆਪਣੇ ਵੱਲੋਂ ਜਿਹੜੀ ਇੱਕ ਚਿੱਠੀ ਸੀ ਉਹ ਵੀ ਉਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਭੇਜੀ ਅਤੇ ਚਿੱਠੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ, ਸਲਾਹਿਆ ਗਿਆ। ਖੈਰ, ਇਸ ਢੰਗ ਦੇ ਨਾਲ ਇਹ ਮੇਰੇ ਸੰਪਰਕ ਦੇ ਵਿੱਚ ਆਏ, ਪਰ ਉਸ ਤੋਂ ਬਾਅਦ ਸਾਡੀ ਗੱਲਬਾਤ ਜਿਹੜੀ ਆ ਉਹ ਗਾਹੇ ਵਗਾਹੀ ਹੁੰਦੀ ਰਹੀ ਹੈ। ਹੌਲੀ ਹੌਲੀ ਮੈਨੂੰ ਇਹਨਾਂ ਬਾਰੇ ਜ਼ਿਆਦਾ ਸਮਝਣ ਦਾ, ਜਾਣਨ ਦਾ ਮੌਕਾ ਮਿਲਿਆ, ਜਿਨ੍ਹਾਂ ਦੇ ਵਿੱਚ ਮੇਰੇ ਲਈ ਇਹ ਬੜੀ ਹੈਰਾਨੀ ਦੀ ਗੱਲ ਸੀ ਅਤੇ ਮੇਰੇ ਲਈ ਖੁਸ਼ੀ ਦੀ ਵੀ ਗੱਲ ਸੀ ਕਿ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੰਜਾਬੀ ਦੇ ਹੈੱਡ ਆਫ ਦ ਡਿਪਾਰਟਮੈਂਟ ਦੇ ਤੌਰ ਦੇ ਉੱਤੇ ਰਿਟਾਇਰ ਹੋਏ ਆ ਅਤੇ 38 ਸਾਲ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਪੜ੍ਹਾਈ ਹੈ। ਹੋਰ ਜਦੋਂ ਸਮਝਿਆ ਅਤੇ ਇਹ ਤਾਂ ਬਹੁਤ ਵਧੀਆ ਲੇਖਕ ਨੇ, ਬਹੁਤ ਵਧੀਆ ਲਿਖਦੇ ਨੇ। ਇਹਨਾਂ ਨੇ ਕਹਾਣੀਆਂ ਲਿਖੀਆਂ ਨੇ, ਇਹਨਾਂ ਨੇ ਹੋਰ ਕਹਾਣੀਆਂ ਤੋਂ ਇਲਾਵਾ ਨਾਵਲ ਲਿਖਿਆ। ਇਸ ਤੋਂ ਇਲਾਵਾ ਆਲੋਚਨਾ ਦੀ ਵੀ ਇਹਨਾਂ ਦੀ ਇੱਕ ਕਿਤਾਬ ਹੈ ਜਿਨ੍ਹਾਂ ਦਾ ਮੈਂ ਖਾਸ ਕਰਕੇ ਜ਼ਿਕਰ ਕਰਨਾ ਚਾਹੁੰਦੀ ਹਾਂ। ਕਹਾਣੀ ਸੰਗ੍ਰਹਿ ਦੇ ਵਿੱਚ ਮਿੱਟੀ ਨਾ ਫਰੋਲ ਜੋਗੀਆ, ਰੂਹ ਅੰਬਰਾਂ ਤੱਕ ਰੋਈ, ਜੱਗ ਵਿੱਚ ਸੀਰ, ਤਲੀ 'ਤੇ ਉੱਗਿਆ ਫੁੱਲ, ਖੁਰਦੇ ਪੱਤਣ, ਕਾਲੀ ਬੋਲੀ ਹਨੇਰੀ, ਰੁੱਤ ਫਿਰੀ ਵਣ ਕੰਬਿਆ ਅਤੇ ਪੂਣੀਆਂ ਗਲੋਟੇ। ਇਹ ਸਾਰੀਆਂ ਕਹਾਣੀਆਂ ਇਹਨਾਂ ਦੀਆਂ ਇਹ ਕਹਾਣੀ ਸੰਗ੍ਰਹਿ ਹੈ ਜਿਹਦੇ ਵਿੱਚ ਇਹ ਕਹਾਣੀਆਂ ਛਪੀਆਂ ਹੋਈਆਂ ਨੇ। ਅਤੇ ਇਸ ਤੋਂ ਇਲਾਵਾ ਜਿਹੜਾ ਨਾਵਲ ਹੈ ਉਹ ਹੈ ਸਭੇ ਸਾਕ ਕੂੜਾਵੇ ਚਿੱਤ ਨਾ ਚੇਤੇ। ਅਤੇ ਮੈਨੂੰ ਇੱਕ ਹੋਰ ਬੜਾ ਵਧੀਆ ਲੱਗਾ ਜਿਹੜੀ ਆਲੋਚਨਾ ਦੀ ਇਹਨਾਂ ਨੇ ਕਿਤਾਬ ਲਿਖੀ ਹੈ, ਨਾਰੀਵਾਦ ਸਿਧਾਂਤ ਅਤੇ ਵਿਹਾਰ, ਗੁਰੂ ਨਾਨਕ ਅਤੇ ਲੋਕ ਤੱਤ ਸਾਹਿਤ ਅਤੇ ਲੋਕ ਸਾਹਿਤ। ਅੱਜ ਇਹਨਾਂ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਨੇ ਉਹਨਾਂ ਦੇ ਨਾਲ ਚੱਲਦਿਆਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਪਰ ਹਾਲੇ ਤੱਕ ਮੈਂ ਇੰਟਰੋਡਿਊਸ ਨਹੀਂ ਕੀਤਾ। ਮੈਂ ਇਹ ਸਾਰੀਆਂ ਗੱਲਾਂ ਬਾਤਾਂ ਜਿਨ੍ਹਾਂ ਦੇ ਲਈ ਕਰ ਰਹੀ ਹਾਂ, ਜਿਨ੍ਹਾਂ ਦੇ ਬਾਰੇ ਕਰ ਰਹੀ ਹਾਂ, ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਨੇ ਬਲਵਿੰਦਰ ਕੌਰ ਬਰਾੜ ਜੀ। ਜੀ ਆਇਆਂ ਨੂੰ। ਮਾਫੀ ਚਾਹੁੰਦੀ ਹਾਂ, ਹਾਂਜੀ ਮਾਈਕ ਆਫ ਸੀ। ਹਾਂਜੀ, ਸਵਾਗਤ ਹੈ ਤੁਹਾਡਾ। ਖਾਸ ਤੌਰ 'ਤੇ ਤੁਸੀਂ ਕੈਲਗਰੀ ਤੋਂ ਆਏ ਹੋ। ਮੇਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਅੱਜ ਬਹੁਤ ਸਾਰੀਆਂ ਮੈਂ ਚਾਹੁੰਦੀ ਸੀ ਕਿ ਲੇਖਕ ਔਰਤਾਂ ਜਿਹੜੀਆਂ ਉਹ ਤੁਹਾਨੂੰ ਸੁਣਨ, ਇਸ ਕਰਕੇ ਅੱਜ ਮੈਂ ਖਾਸ ਤੌਰ 'ਤੇ ਫੇਸਬੁੱਕ 'ਤੇ ਹੀ ਸੁਨੇਹਾ ਪਾਇਆ ਸੀ ਕਿ ਸਾਨੂੰ ਸੁਣਨਾ ਚਾਹੀਦਾ, ਸਾਨੂੰ ਗੱਲਾਂ ਕਰਨੀਆਂ ਚਾਹੀਦੀਆਂ। ਬਲਵਿੰਦਰ ਕੌਰ ਬਰਾੜ ਜੀ, ਮੈਂ ਤੁਹਾਡੀਆਂ ਜਿਹੜੀਆਂ ਰਚਨਾਵਾਂ ਆ ਉਹਨਾਂ ਬਾਰੇ ਵੀ ਜ਼ਰੂਰ ਗੱਲ ਕਰਨਾ ਚਾਹੁੰਦੀ ਹਾਂ। ਥੋੜ੍ਹਾ ਜਿਹਾ ਬਰੀਫਲੀ ਜੇ ਤੁਸੀਂ ਆਪਣੇ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸ ਸਕੋ ਕਿ ਤੁਹਾਡਾ ਜਿਹੜਾ ਜ਼ਿੰਦਗੀ ਦਾ ਸਫ਼ਰ ਉਹ ਕਿੱਥੋਂ ਸ਼ੁਰੂ ਹੋਇਆ ਅਤੇ ਤੁਸੀਂ ਹੌਲੀ ਹੌਲੀ ਕੈਨੇਡਾ ਤੱਕ ਪਹੁੰਚ ਗਏ। ਕੈਨੇਡਾ ਤਾਂ ਜੀ ਮੈਂ ਰਿਟਾਇਰ ਹੋ ਕੇ ਹੀ ਆਈ ਹਾਂ। ਮੇਰਾ ਬੇਟਾ ਇੱਥੇ ਆ ਗਿਆ ਸੀਗਾ, ਮੈਂ ਉਹਦੇ ਪਿੱਛੇ ਆਉਣਾ ਹੀ ਸੀਗਾ ਜੀ, ਕਿਉਂਕਿ ਇਹ ਬੇਟਾ ਮੇਰੇ ਗੋਦੀ ਸੀ ਜਦੋਂ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀ ਅਤੇ ਮੈਂ ਇਹਦੇ 'ਤੇ ਆਧਾਰਿਤ ਸੀ। ਹੁਣ ਮੈਂ ਜ਼ਿੰਦਗੀ ਜਿਹੜੀ ਆ ਆਖਰੀ ਪੜਾਅ ਦੇ ਵਿੱਚ ਮੈਂ ਇਹਦੇ ਘਰ ਹੀ ਗੁਜ਼ਾਰਨਾ ਦਾ ਸੋਚਿਆ ਹੋਇਆ। ਇਸ ਕਰਕੇ ਤੁਹਾਡੀ ਕਿੰਨੀ ਉਮਰ ਸੀ ਜਦੋਂ ਹਸਬੈਂਡ ਦੀ ਡੈਥ? 27ਵਾਂ ਸਾਲ ਸੀ ਜੀ ਮੈਨੂੰ। 27ਵਾਂ ਸਾਲ ਸੀ, ਹਾਂਜੀ। ਅਤੇ ਕਿੱਥੇ ਤੁਸੀਂ ਰਹਿੰਦੇ ਸੀ? ਮੈਂ ਪਟਿਆਲੇ ਜੰਮੀ ਹਾਂ, ਪਟਿਆਲੇ ਹੀ ਪੜ੍ਹੀ ਹਾਂ, ਪਟਿਆਲੇ ਵਿਆਹੀ ਹਾਂ, ਉੱਥੇ ਹੀ ਰਹੀ ਹਾਂ। ਅਤੇ ਮੈਨੂੰ ਲੱਗਦਾ ਹੁੰਦਾ ਦੁਨੀਆ ਦੇ ਜੇ ਨਕਸ਼ੇ 'ਚੋਂ ਦੇਖਿਆ ਜਾਵੇ ਸਭ ਤੋਂ ਖੂਬਸੂਰਤ ਸ਼ਹਿਰ ਮੈਨੂੰ ਪਟਿਆਲਾ ਹੀ ਲੱਗਦਾ। ਇੱਕ ਗੱਲ ਹੋਰ ਹੈ, ਤੁਹਾਡੀ ਆਵਾਜ਼ ਬਹੁਤ ਬੁਲੰਦ ਆ। ਥੈਂਕ ਯੂ ਜੀ, ਥੈਂਕ ਯੂ। ਪਤਾ ਕੀ ਗੱਲ ਹੈ, ਸਾਰੀ ਉਮਰ ਅੱਖਰਾਂ ਦਾ ਵਣਜ ਕੀਤਾ, ਕਲਾਸਾਂ ਪੜ੍ਹਾਈਆਂ ਨੇ ਅਤੇ ਉਹ ਆਦਤ ਬਣੀ ਹੋਈ ਆ ਉਸੇ ਤਰ੍ਹਾਂ ਬੋਲਣ ਦੀ। ਅਤੇ ਕਈ ਵਾਰੀ ਆਪਦੇ ਆਪ ਨੂੰ ਲੱਗਦਾ ਵੀ ਹੁੰਦਾ ਵੀ ਆਵਾਜ਼ ਦੀ ਪਿੱਚ ਜ਼ਿਆਦਾ ਉੱਚੀ ਹੈ, ਠੀਕ ਹੋਣੀ ਚਾਹੀਦੀ ਹੈ, ਥੋੜ੍ਹੀ ਮੈਨਲੀ ਹੈ। ਉਹਦੇ ਕਈ ਰੀਜ਼ਨ ਵੀ ਹੁੰਦੇ ਨੇ, ਕਈ ਕਾਰਨ ਵੀ ਹੁੰਦੇ ਨੇ ਪਿੱਛੇ ਪਿੱਛੋਂ। ਤੁਸੀਂ ਮੈਨਲੀ ਕਹਿੰਦੇ ਹੋ ਆਪਣੀ ਆਵਾਜ਼ ਨੂੰ, ਪਰ ਮੈਨੂੰ ਤਾਂ ਬੁਲੰਦ ਆਵਾਜ਼ ਲੱਗਦੀ ਹੈ। ਥੈਂਕ ਯੂ ਜੀ, ਥੈਂਕ ਯੂ। ਸੋ ਲਿਖਣਾ ਕਦੋਂ ਸ਼ੁਰੂ ਕੀਤਾ? ਲਿਖਣਾ ਨਵਜੋਤ ਗੱਲ ਇਹ ਆ ਵੀ ਜਦੋਂ ਮੈਂ ਛੋਟੀ ਸੀ ਨਾ, BH ਸੀ, ਉਦੋਂ ਮੈਂ ਆਪਦੇ ਵਰਗੀਆਂ ਨਿਆਣੀਆਂ ਕਵਿਤਾਵਾਂ ਲਿਖਦੀ ਹੁੰਦੀ ਸੀ। ਨਿਆਣੀਆਂ ਕਵਿਤਾ? ਨਿਆਣੀਆਂ ਹੀ ਸੀ, ਉਹਨਾਂ 'ਚ ਇਮੈਚੋਰਿਟੀ ਸੀ, ਜਿਹਦੇ ਵਿੱਚ ਐਂ ਲੱਗਦਾ ਸੀਗਾ ਵੀ ਸਾਰੀ ਦੁਨੀਆ ਪਤਾ ਨਹੀਂ ਮੈਂ ਹੀ ਬਦਲ ਦੂੰਗੀ। ਉਸ ਉਮਰ 'ਚ ਲੱਗਦਾ ਵੀ ਹੁੰਦਾ ਵੀ ਅਸਮਾਨ ਦੇ ਤਾਰੇ ਇੱਥੋਂ ਚੱਕ ਕੇ ਉੱਥੇ ਰੱਖ ਦਈਏ, ਅਤੇ ਉਹ ਜਿਹੜੇ ਸੁਪਨਿਆਂ ਵਰਗੇ ਰੀਝਾਂ ਹੁੰਦੀਆਂ ਨੇ ਉਹ ਉਸੇ ਉਮਰ 'ਚ ਪੈਦਾ ਹੁੰਦੀਆਂ ਨੇ, ਉਸੇ ਉਮਰ 'ਚ ਮਰ ਵੀ ਜਾਂਦੀਆਂ ਨੇ। ਬਾਅਦ ਦੇ ਵਿੱਚ ਜਦੋਂ ਮੇਰੇ ਹਸਬੈਂਡ ਦੀ ਅਤੇ ਮੇਰੇ ਮਦਰ ਦੀ 1 ਮਹੀਨੇ ਦੇ ਅੰਦਰ ਅੰਦਰ ਡੈਥ ਹੋ ਗਈ। ਅੱਛਾ।
ਫਿਰ ਮੈਨੂੰ ਲੱਗਿਆ ਵੀ 2 ਹੀ ਥਾਵਾਂ ਹੁੰਦੀਆਂ ਨੇ ਜਿੱਥੇ ਢਿੱਡ ਫਰੋਲਿਆ ਜਾ ਸਕਦਾ ਹੈ। ਤੁਹਾਡੇ ਆਪਣੇ ਮਦਰ? ਹਾਂ, ਹਾਂਜੀ, ਮੇਰੇ ਮਦਰ, ਮਾਂ ਕੋਲ ਜਾਂ ਆਪਦੇ ਘਰ ਵਾਲੇ ਕੋਲ। ਤੇ ਜਿਹਦੇ ਕੋਲ ਦੋਵੇਂ ਥਾਵਾਂ ਨਾ ਹੋਣ ਉਹ ਗਲੀਆਂ ਦੇ ਕੱਖਾਂ ਵਾਂਗ ਰੁਲ ਜਾਂਦਾ ਹੈ। ਤੇ ਉਹ ਫਿਰ ਹੁੰਦਾ ਨਾ, ਕਈ ਵਾਰੀ ਟ੍ਰੈਜੇਡੀ ਇਸ ਤਰ੍ਹਾਂ ਦੀ ਹੁੰਦੀ ਆ, ਕਈ ਲੋਕ ਉਹਦੇ ਚੋਂ ਨਿਖਰ ਜਾਂਦੇ ਨੇ, ਕਈ ਬਿਖਰ ਜਾਂਦੇ ਨੇ। ਬਿਲਕੁਲ, ਐਗਜ਼ੈਕਟਲੀ। ਤੇ ਉਹ ਤੁਹਾਡੇ ਆਪਣੇ ਅੰਦਰੋਂ ਹੀ ਕੋਈ ਸ਼ਕਤੀ ਐਸੀ ਪੈਦਾ ਹੁੰਦੀ ਹੈ ਕਿ ਹੁਣ ਤਾਂ ਜਰਨਾ ਹੀ ਹੈ। ਤੇ ਜਦੋਂ ਤੁਸੀਂ ਜਰਨ ਦੇ ਰਾਹ ਪੈ ਜਾਂਦੇ ਹੋ, ਫਿਰ ਮੈਨੂੰ ਲੱਗਦਾ ਥੋੜ੍ਹਾ ਜਿਹਾ ਤੁਹਾਡੇ ਅੰਦਰੋਂ ਅੱਖਰ ਵੀ ਸਿਰ ਚੱਕਣ ਲੱਗ ਜਾਂਦੇ ਨੇ। ਪਹਿਲੀ ਮੇਰੀ ਚਿੱਠੀ ਜਿਹੜੀ ਸੀ ਨਾ, ਨਾਗਮਣੀ ਦੇ ਵਿੱਚ ਛਪੀ ਸੀ, ਜਿਹੜੀ ਤੁਸੀਂ ਪੜ੍ਹ ਕੇ ਸੁਣਾਈ ਸੀ। ਜੀ ਜੀ, ਬਿਲਕੁਲ। ਉਹ ਮੈਂ ਡਾਕਟਰ ਬਰਾੜ ਨੂੰ ਡੈਥ ਤੋਂ ਬਾਅਦ, ਮੇਰੇ ਹਸਬੈਂਡ ਡਾਕਟਰ ਹਰਬੰਸ ਸਿੰਘ ਬਰਾੜ, ਉਹਨਾਂ ਨੂੰ ਲਿਖੀ ਸੀ, ਨਾਗਮਣੀ ਦੇ ਵਿੱਚ ਛਪੀ ਸੀ। ਤੇ ਮੈਡਮ ਦਲੀਪ ਕੌਰ ਟਵਾਣਾ ਮੇਰੇ ਨਾਲ ਗਏ ਸੀ ਜੀ, ਤੇ ਅਸੀਂ ਦੋਨੋਂ ਜਣੇ ਅੰਮ੍ਰਿਤਾ ਪ੍ਰੀਤਮ ਦੇ ਘਰ ਗਏ ਸੀ। ਤੇ ਉੱਥੇ ਅਸੀਂ ਰਾਤ ਠਹਿਰੇ ਸੀ, ਤੇ ਮੈਂ ਫਿਰ ਉਹ ਚਿੱਠੀ ਉੱਥੇ ਹੀ ਲਿਖੀ ਸੀ। ਅੱਛਾ, ਰਾਤ ਨੂੰ ਤੁਸੀਂ ਉੱਥੇ ਹੀ? ਹਾਂਜੀ, ਮੇਰਾ ਜੀ ਕੀਤਾ ਵੀ ਮੈਂ ਡਾਕਟਰ ਬਰਾੜ ਨੂੰ ਚਿੱਠੀ ਲਿਖਾਂ। ਉਹ ਮੇਰੀ ਪਹਿਲੀ ਚਿੱਠੀ ਸੀ। ਤੁਸੀਂ ਯਕੀਨ ਕਰਕੇ ਜਾਣਿਓ, ਜਦੋਂ ਉਸ ਚਿੱਠੀ ਨੂੰ ਦੀ ਚਰਚਾ ਹੋਈ ਨਾ, ਜਿਵੇਂ ਇੱਕ ਇੱਕ ਅੱਖਰ ਮੇਰੇ ਅੰਦਰ ਦੀਵੇ ਵਾਂਗੂ ਨਾ ਜਗਦਾ ਰਿਹਾ। ਲੋਕਾਂ ਨੇ ਜਿਵੇਂ ਉਸ ਦੀ ਚਰਚਾ ਕੀਤੀ, ਲੋਕਾਂ ਨੇ ਹੱਲਾਸ਼ੇਰੀ ਦਿੱਤੀ ਕਿ ਹੁਣ ਤੂੰ ਲਿਖਿਆ ਕਰ, ਤੇ ਜੇ ਤੂੰ ਲਿਖੇਂਗੀ ਤਾਂ ਸ਼ਾਇਦ ਤੇਰੇ ਅੱਖਰਾਂ ਦੀ ਜਿਹੜੀ ਹੈ ਨਾ, ਲੋਕਾਂ ਦੇ ਵਿੱਚ ਚਰਚਾ ਹੋਵੇ। ਸੋ ਤੁਹਾਡੀ ਲਿਖਤ ਪਹਿਲੀ ਉਹੀ ਸੀ? ਹਾਂਜੀ ਹਾਂਜੀ, ਉਹੀ ਸੀ, ਜਿਹੜੀ ਪਬਲਿਸ਼ ਵੀ ਹੋ ਗਈ। ਜਿਹੜੀ ਪਬਲਿਸ਼ ਵੀ ਹੋਈ। ਤੇ ਉਸ ਤੋਂ ਬਾਅਦ ਫਿਰ ਮੈਨੂੰ ਨਾ ਸਭੇ ਸਾਕ ਕੁੜਾਵੇ ਨਾਵਲ ਲਿਖਿਆ ਮੈਂ ਵਿਡੋ ਲੇਡੀ ਤੇ। ਅੱਛਾ। ਕਿਉਂਕਿ ਪੰਜਾਬ ਦੇ ਵਿੱਚ ਵਿਡੋ ਲੇਡੀ, ਮੈਂ ਤਾਂ ਇਹ ਹੰਢਾਇਆ ਆਪ। ਵਿਡੋ ਲੇਡੀ ਖਾਸ ਕਰਕੇ ਜਦੋਂ ਉਹ ਮਰਦਾਂ ਦੇ ਵਿੱਚ ਜਾਂਦੀ ਆ, ਤਾਂ ਉਸ ਨੂੰ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦੇਖਿਆ ਜਾਂਦਾ ਜਿਵੇਂ ਸ਼ਾਮਲਾਟ ਜ਼ਮੀਨ ਹੁੰਦੀ ਹੈ। ਸਹੀ ਹੈ। ਤੁਸੀਂ ਉਸ ਉਮਰ ਦੇ ਵਿੱਚ ਇਸ ਤਰ੍ਹਾਂ ਵਿਚਰਦੇ ਹੋ ਜਿਵੇਂ ਦਗਦੇ ਕੋਲਿਆਂ ਦੇ ਉੱਤੇ ਪੈਰ ਧਰ ਰਹੇ ਹੁੰਦੇ ਹੋ। ਤੇ ਉਹ ਫਿਰ ਤੁਸੀਂ ਨਾ ਤਾਂ ਛੋਟੇ ਬੱਚਿਆਂ ਕੋਲ ਆਪਦੇ ਕੋਲ ਰੋ ਸਕਦੇ ਹੁੰਦੇ ਹੋ, ਕਿ ਤੁਹਾਡੇ ਅੰਦਰ ਰੋਣ ਵੀ ਹੁੰਦਾ। ਜੇ ਤੁਸੀਂ ਲੋਕਾਂ ਕੋਲ ਰੋਂਦੇ ਹੋ ਤਾਂ ਲੋਕ ਤੁਹਾਡਾ ਉਸ ਸਥਿਤੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਨੇ। ਲੱਗਦਾ ਇਹੀ ਹੈ ਕਿ ਹਰ ਬੰਦਾ ਤੁਹਾਡੇ ਵੱਲ ਹਮਦਰਦੀ ਨਾਲ ਆ ਰਿਹਾ ਹੈ, ਪਰ ਜਦੋਂ ਤੁਸੀਂ ਅੰਦਰ ਖਾਤੇ ਉਹਦੀਆਂ ਤਹਿਾਂ ਫਰੋਲਦੇ ਹੋ, ਫਿਰ ਲੱਗਦਾ ਵੀ ਨਹੀਂ, ਇਹ ਤਾਂ ਮੇਰਾ ਲਾਹਾ ਲੈਣ ਦੀ ਕੋਸ਼ਿਸ਼ ਹੈ। ਇਹ ਜਿਹੜੀ ਗੱਲ ਕਰ ਰਹੇ ਹੋ ਤੁਸੀਂ, ਇਹ ਇਸ਼ਾਰਾ ਸਿਰਫ ਆਦਮੀਆਂ ਵੱਲ ਹੈ ਜਾਂ ਔਰਤਾਂ ਵੀ ਕੋਈ ਸਪੋਰਟ ਨਹੀਂ ਦਿੰਦੀਆਂ? ਨਹੀਂ, ਔਰਤਾਂ ਕਿਉਂਕਿ ਮਰਦਾਂ ਦੇ ਬਹੁਤ ਜ਼ਿਆਦਾ ਇੰਪ੍ਰੈਸ਼ਨ ਹੇਠ ਹੁੰਦੀਆਂ ਨੇ, ਜਿਵੇਂ ਉਹ ਕਹਿੰਦੇ ਨੇ ਉਸੇ ਤਰੀਕੇ ਨਾਲ ਹੁੰਦੇ। ਮੈਂ ਤੁਹਾਨੂੰ ਇਸ ਵੇਲੇ ਯੂਨੀਵਰਸਿਟੀ ਦੀ ਪੜ੍ਹੀ ਲਿਖੀ ਸੁਸਾਇਟੀ ਦੀ ਗੱਲ ਦੱਸਣ ਲੱਗੀ ਹਾਂ, ਜਿਹੜੀ ਕਿ ਬੜੀ ਕੌੜੀ ਮੈਂ ਹੰਢਾਈ ਆ। ਮੈਂ ਨਾ ਛੋਟੇ ਘਰ 'ਚ ਗਈ ਸੀਗੀ ਯੂਨੀਵਰਸਿਟੀ ਦੇ ਵਿੱਚ, ਮੈਨੂੰ ਛੋਟਾ ਜਿਹਾ ਘਰ ਮਿਲਿਆ ਸੀ, ਮੇਰਾ ਜੀ ਕਰਦਾ ਸੀ ਵੱਡੇ ਘਰ ਜਾਵਾਂ। ਮੇਰੇ ਚਾਚਾ ਜੀ ਵਾਈਸ ਚਾਂਸਲਰ ਸੀ। ਅੱਛਾ। ਮੈਂ ਉਹਨਾਂ ਕੋਲ ਗਈ ਵੀ ਇੱਕ ਨਾ ਘਰ ਖਾਲੀ ਹੋਇਆ, ਮੈਂ ਉਹ ਘਰ ਲੈਣਾ। ਤੇ ਕਹਿੰਦੇ ਕਿਹੜਾ ਘਰ ਹੈ? ਮੈਂ ਕਿਹਾ ਜੀ ਇੰਨਾ ਨੰਬਰ ਹੈ ਤੇ ਮੈਂ ਲੈਣਾ ਚਾਹੁੰਦੀ ਹਾਂ। ਉੱਥੇ ਮੇਰੀ ਕੋਈ ਫਰੈਂਡ ਰਹਿੰਦੀ ਸੀ। ਉਸ ਵੇਲੇ ਤੁਹਾਡੇ ਹਸਬੈਂਡ ਨਹੀਂ ਸੀਗੇ? ਨਹੀਂ ਜੀ, ਨਹੀਂ, ਹਸਬੈਂਡ ਨਹੀਂ ਸੀਗੇ। ਤੇ ਮੈਂ ਉਹ ਘਰ ਬਾਰੇ ਮਤਲਬ ਆਪਦੇ ਚਾਚਾ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਉਹ ਘਰ ਚਾਹੀਦਾ, ਖਾਲੀ ਹੋਇਆ, ਮੈਂ ਐਲੀਜੀਬਲ ਵੀ ਹਾਂ। ਤਾਂ ਉੱਥੇ ਇੱਕ ਲੇਡੀ ਰਹਿੰਦੀ ਸੀ, ਉਹ ਮੈਨੂੰ ਕਹਿੰਦੀ ਇਸ ਘਰੇ ਨਾ ਆਈ। ਮੈਂ ਕਿਹਾ ਕਿਉਂ, ਰੀਜ਼ਨ ਕੀ ਹੈ? ਉਹ ਕਹਿੰਦੀ ਵੀ ਲੇਡੀਜ਼ ਕਹਿੰਦੀਆਂ ਨੇ, ਕੁਛ ਹਿੰਦੂ ਲੇਡੀਜ਼ ਉੱਥੇ ਸੀਗੀਆਂ, ਵੀ ਤੜਕੇ ਉੱਠ ਕੇ ਵਿਧਵਾ ਲੇਡੀ ਆਪਣੇ ਮੱਥੇ ਲੱਗਿਆ ਕਰੂਗੀ। ਅੱਛਾ ਅੱਛਾ, ਜੇ ਉਹ ਨਾ ਆਵੇ ਤਾਂ ਚੰਗਾ। ਅੱਛਾ। ਮੈਨੂੰ ਇਸ ਗੱਲ ਨੇ ਜਿਵੇਂ ਤੁਹਾਡੇ ਅੰਦਰ ਗਲੀ ਕਰ ਦਿੰਦਾ ਨਾ ਕੋਈ, ਬਿਲਕੁਲ ਇਸ ਤਰ੍ਹਾਂ ਲੱਗਿਆ। ਇਹ ਪੜ੍ਹੀ ਲਿਖੀ ਸੁਸਾਇਟੀ ਦੇ ਉਹਨਾਂ ਲੋਕਾਂ ਦੀਆਂ ਗੱਲਾਂ ਨੇ ਜਿਹੜੇ ਲੋਕ ਆਪਣੇ ਆਪ ਨੂੰ ਰੋਲ ਮਾਡਲ ਸੁਸਾਇਟੀ ਦੇ ਵਿੱਚ ਪੇਸ਼ ਕਰਦੇ ਨੇ। ਮੈਂ ਡਿਪਾਰਟਮੈਂਟ 'ਚ ਕੰਮ ਕਰਦੀ ਹਾਂ, ਓਨਲੀ ਲੇਡੀ ਹਾਂ, ਸਾਰੇ ਬੰਦੇ ਨੇ, ਉਹ ਵੀ ਮੇਰੇ ਮੱਥੇ ਲੱਗਦੇ ਨੇ। ਤੁਸੀਂ ਉਹਨਾਂ ਨੂੰ ਵੀ ਵਿਦਡਰਾ ਕਰ ਲਓ, ਤੁਹਾਡੇ ਅੰਦਰੋਂ ਦਰਸੀਸ ਨਿਕਲਦੀ ਹੈ। ਤੁਹਾਡੇ ਅੰਦਰੋਂ ਇਹ ਗੱਲਾਂ ਜਿਹੜੀਆਂ ਨੇ ਨਾ, ਤੁਹਾਡੇ ਅੰਦਰ ਐਸੀ ਵਾੜ ਪਾ ਦਿੰਦੀਆਂ ਨੇ ਜਿਵੇਂ ਤੁਹਾਡਾ ਅੰਦਰਲਾ ਛਲਣੀ ਹੋ ਜਾਂਦਾ ਹੈ। ਬਿਲਕੁਲ ਛਲਣੀ ਤਾਂ ਹੁੰਦਾ, ਪਰ ਮੈਨੂੰ ਤਾਂ ਇਹ ਲੱਗਦਾ ਤੁਹਾਨੂੰ ਮਜ਼ਬੂਤ ਵੀ ਬਹੁਤ ਕੀਤਾ ਇਹਨਾਂ ਗੱਲਾਂ। ਬਿਲਕੁਲ ਬਿਲਕੁਲ ਕੀਤਾ, ਇਸ 'ਚ ਕੋਈ ਸ਼ੱਕ ਨਹੀਂ। ਕਿ ਮੇਰੇ ਛੋਟੇ ਭਰਾ ਮੈਨੂੰ ਕਹਿੰਦੇ ਹੁੰਦੇ ਸੀ ਵੀ ਜੇ ਤੈਨੂੰ ਕੋਈ ਕੁਛ ਕਹੇ ਨਾ ਸਾਨੂੰ ਕਹੀਂ, ਅਸੀਂ ਵੱਢ ਕੇ ਰੱਖ ਦਿਆਂਗੇ, ਅਸੀਂ ਐਂ ਕਰ ਦਿਆਂਗੇ ਜਿਵੇਂ ਕਰਦੇ ਹੁੰਦੇ ਨੇ ਜੱਟ। ਤੁਹਾਨੂੰ ਕਿਉਂ ਕਹਾਂ? ਹੈ ਤੁਹਾਨੂੰ ਕਿਉਂ ਕਹਾਂ? ਹਾਂ, ਮੈਂ ਕਿਉਂ ਕਹਾਂ? ਮੈਂ ਆਪਣੇ ਆਪ 'ਚ ਬਹੁਤ ਹਾਂ। ਮੈਂ ਔਰ ਸੱਚ ਕਰਕੇ ਉਹਦੇ ਵਿੱਚ ਵੀ ਲੱਗਦਾ ਸੀ ਕਿ ਵੀ ਤਰਸ ਖਾਂਦੇ ਆ। ਹੈ ਉਹਦੇ ਤੇ ਲੱਗਦਾ ਸੀ ਕਿ ਤਰਸ ਖਾ ਰਹੇ ਭਰਾ ਮੇਰੇ ਤੇ। ਹਾਂ, ਮੈਨੂੰ ਲੱਗਦਾ ਸੀ ਵੀ ਤੁਸੀਂ ਕਿਉਂ ਸ਼ੀਲਡ ਬਣੋ ਮੇਰੀ, ਇੱਕ ਵਿਚਾਰੀ ਜੇ ਤੌਰ ਤੇ ਵਿਚਾਰੀ ਹੈ। ਕੱਲ ਨੂੰ ਮੈਂ ਕਿਸੇ ਤੋਂ ਕਿਉਂ ਕਹਾਵਾਂ ਕਿ ਮੈਂ ਫਲਾਣੇ ਦੀ ਹੈਲਪ ਦੇ ਨਾਲ ਅੱਗੇ ਆਈ ਹਾਂ। ਬਸ ਫਿਰ ਮੈਨੂੰ ਹੌਲੀ ਹੌਲੀ ਨਾ ਆਪਣੇ ਆਪ 'ਚੋਂ ਹੀ ਇਹ ਸ਼ਕਤੀ ਮਿਲਣੀ ਸ਼ੁਰੂ ਹੋ ਗਈ ਕਿ ਮੈਂ ਕਿਉਂ ਕਿਸੇ ਦੇ ਤਰਸ 'ਤੇ ਰਹਾਂ।
ਜੇ ਮੈਂ ਕੁਝ ਕਰ ਸਕਦੀ ਹਾਂ। ਮੇਰੇ ਮਦਰ ਇਨ ਲਾ ਨੇ ਮੇਰੇ ਨਾਲ ਬਹੁਤ ਨਿਭਾਇਆ, ਉਹ ਮੇਰੇ ਨਾਲ ਰਹਿੰਦੇ ਸੀ। ਅੱਛਾ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ, ਬਲਵਿੰਦਰੇ ਪੈਸਾ ਦੂਜਾ ਖਸਮ ਬਣ ਜਾਂਦਾ। ਅੱਛਾ ਅੱਛਾ। ਮੈਨੂੰ ਉਹਨਾਂ ਦੇ ਜਿਹੜੇ ਲਫ਼ਜ਼ ਸੀਗੇ ਨਾ, ਉਹ ਇੰਨੀ ਊਰਜਾ ਭਰਦੇ ਸੀ ਮੇਰੇ ਅੰਦਰ ਕਿ ਮੈਂ ਜਿਵੇਂ ਬੰਦੇ ਤੁਰੇ ਫਿਰਦੇ ਨੇ ਉਵੇਂ ਮੈਂ ਕਿਉਂ ਨਾ ਤੁਰੀ ਫਿਰਾਂ ਬਈ, ਕਿਉਂ ਮੈਂ ਕਿਸੇ ਦੇ ਤਰਸ ਦੀ ਪਾਤਰ ਬਣਾ। ਐਗਜ਼ੈਕਟਲੀ। ਤੇ ਮੈਨੂੰ ਇਹਦੇ 'ਚੋਂ ਹੀ ਹੌਸਲਾ ਮਿਲਦਾ ਰਿਹਾ। ਮੈਂ ਆਪਦੇ ਆਪ ਨੂੰ ਸ਼ਾਬਾਸ਼ੇ ਦਿੰਦੀ ਰਹੀ ਕਿ ਮੈਂ ਬਹੁਤ ਮਰਦਾਂ ਨੂੰ ਪਛਾੜ ਕੇ ਦਿਖਾਇਆ। ਬਹੁਤ ਵਧੀਆ। ਬਲਵਿੰਦਰ, ਤੁਸੀਂ ਜਿੱਥੇ ਗੱਲ ਆਪਾਂ ਛੱਡੀ ਸੀ, ਤੁਸੀਂ ਦੱਸ ਰਹੇ ਸੀ ਕਿ ਯੂਨੀਵਰਸਿਟੀ ਦੇ ਵਿੱਚ ਜਦੋਂ ਤੁਸੀਂ ਵਿਡੋ ਹੋ ਗਏ, ਹੈ ਨਾ? ਹਾਂਜੀ ਹਾਂਜੀ। ਬੱਚਾ ਸੀ ਤੁਹਾਡਾ, ਛੋਟਾ ਬੱਚਾ, ਕੁੱਛੜ ਸੀ ਤੁਹਾਡਾ ਬੇਟਾ, ਬੇਟੀ ਤੁਹਾਡੀ ਵੱਡੀ ਸੀ। ਹਾਂਜੀ। ਯੂਨੀਵਰਸਿਟੀ ਦੇ ਵਿੱਚ ਤੁਸੀਂ ਇੱਕ ਖਾਸ ਜਿਹੜਾ ਲੋਕੇਸ਼ਨ 'ਤੇ ਸਥਿਤ ਘਰ ਸੀ ਜਿਹੜਾ ਤੁਹਾਨੂੰ ਪਸੰਦ ਸੀ, ਤੁਸੀਂ ਉਹ ਲੈਣਾ ਚਾਹੁੰਦੇ ਸੀ, ਪਰ ਉਸ ਆਲੇ ਦੁਆਲੇ ਜਿਹੜੇ ਨੇਬਰਹੁੱਡ ਦੇ ਵਿੱਚ ਰਹਿੰਦੀਆਂ ਸੀ ਲੇਡੀਜ਼, ਉਹਨਾਂ ਨੇ ਕਿਹਾ ਕਿ ਇੱਕ ਵਿਧਵਾ ਔਰਤ ਸਾਡੇ ਮੱਥੇ ਲੱਗਿਆ ਕਰੂ ਸਵੇਰੇ ਸਵੇਰੇ ਉੱਠ ਕੇ, ਅਸੀਂ ਨਹੀਂ ਚਾਹੁੰਦੇ ਕਿ ਤੂੰ ਇੱਥੇ ਮੂਵ ਨਾ ਹੋ। ਫਿਰ ਮੂਵ ਹੋਏ ਕਿ ਨਹੀਂ ਹੋਏ? ਹੋਈ ਜੀ ਮੈਂ। ਅੱਛਾ, ਹੋਏ। ਹਾਂਜੀ, ਇਹ ਤਾਂ ਮੈਂ ਨਵਜੋਤ ਗੱਲ ਸੋਚੀ ਹੋਈ ਹੈ ਵੀ ਜਿਹੜੀ ਗੱਲ ਕਰਨੀ ਉਹ ਕਰਨੀ ਹੈ। ਅੱਛਾ। ਜਿਹੜੀ ਗੱਲ ਠੀਕ ਹੈ ਉਹ ਜ਼ਰੂਰ ਕਰਨੀ ਹੈ। ਹਾਂ ਹਾਂ। ਜੇ ਉਹ ਗਲਤ ਨਹੀਂ ਤਾਂ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ। ਫਿਰ ਉਸ ਤੋਂ ਬਾਅਦ ਕੀ ਹੋਇਆ? ਕੋਈ ਸਪੋਰਟ ਜਾਂ ਤੁਹਾਡਾ ਕੋਈ ਵਿਰੋਧ ਕਿਸੇ ਤਰ੍ਹਾਂ ਦਾ ਆਲੇ ਦੁਆਲੇ ਹੋਇਆ? ਵਿਰੋਧ ਤਾਂ ਕੀ ਹੋਣਾ ਸੀ, ਇਹੋ ਜਿਹੇ ਲੋਕ ਵਿਰੋਧ ਸਾਹਮਣੇ ਆ ਕੇ ਨਹੀਂ ਕਰ ਸਕਦੇ ਹੁੰਦੇ, ਕਿਉਂਕਿ ਉਹਨਾਂ ਦੀ ਜਿਹੜੀ ਗੰਧਲੀ ਸੋਚ ਹੁੰਦੀ ਹੈ ਨਾ, ਉਹ ਆਪਣੇ ਆਪ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੌਣ ਕਿੰਨੇ ਕੁ ਪਾਣੀ 'ਚ ਹੈ। ਪਰ ਇੱਕ ਚੀਜ਼ ਹੋਰ ਆ, ਜਦੋਂ ਤੁਸੀਂ ਆਪਣੇ ਲਈ ਸਟੈਂਡ ਲੈਣਾ ਸ਼ੁਰੂ ਕਰ ਦਿੰਦੇ ਹੋ, ਜਦੋਂ ਤੁਸੀਂ ਇੱਕ ਦੋ ਵਾਰੀ ਬੜਕ ਮਾਰ ਕੇ ਦੂਜੇ ਬੰਦੇ ਨੂੰ ਕਹਿੰਦੇ ਆ ਕਿ ਭਾਈ ਨਹੀਂ ਮੈਂ ਠੀਕ ਆ, ਮੈਂ ਕਰਾਂਗੀ, ਮੈਨੂੰ ਲੱਗਦਾ ਆਪਣੇ ਆਪ ਹੀ ਲੋਕ ਫਿਰ ਪਿੱਛੇ ਵੀ ਹਟ ਜਾਂਦੇ। ਬਿਲਕੁਲ। ਡਰਦਿਆਂ ਨੂੰ ਡਰਾਉਂਦੇ ਆ। ਮੈਂ ਨਾ ਇੱਕ ਥਾਂ ਤੇ ਲਿਖਿਆ ਸੀ, ਉਹ ਇੱਕ ਸੁਰਿੰਦਰ ਕੌਰ ਦਾ ਗਾਣਾ ਹੈ, ਸੱਜਣਾ ਹੁਣ ਮੈਂ ਨਹੀਂ ਰੋਂਦੀ ਮੈਨੂੰ ਦੇਖ ਕੇ ਲੋਕ ਰੋਂਦੇ ਨੇ। ਆਪਣੇ ਆਪ ਪਿੱਛੇ ਹਟ ਜਾਂਦੇ ਨੇ ਲੋਕ ਜਦ ਤੁਸੀਂ ਥੋੜਾ ਜਿਹਾ ਸਟੈਂਡ ਲਵੋ ਤਾਂ। ਈਵਨ ਮਰਦ ਲੋਕ ਵੀ ਜਿਹੜੇ ਨੇ ਪਹਿਲਾਂ ਤਾਂ ਹੀ ਸਮਝਦੇ ਨੇ ਇਹ ਵਿਚਾਰੀ ਕੀ ਹੈ, ਇਹ ਤਾਂ ਐਵੇਂ ਹੀ ਹੈ, ਇਹ ਤਾਂ ਵਿਚਾਰੀ ਵਿਡੋ ਹੈਗੀ ਆ, ਇਸ ਵਿਚਾਰੀ ਨੇ ਕੀ ਕਰ ਲੈਣਾ। ਪਰ ਜਦੋਂ ਫਿਰ ਉਹਨਾਂ ਨੂੰ ਮੂਹਰੋਂ ਦੇਖਣਾ ਪੈਂਦਾ ਨਾ, ਉਦੋਂ ਫਿਰ ਉਹ ਪਿੱਛੇ ਹਟਦੇ ਨੇ, ਉਦੋਂ ਪਤਾ ਲੱਗਦਾ ਵੀ ਹਾਂ ਹਿਸਾਬ ਕਿਤਾਬ ਹੋਰ ਹੈ। ਇਹ ਦੱਸੋ ਕਿ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਕਿਹੋ ਜਿਹੇ ਚੈਲੰਜਸ ਆਏ? ਜੇ ਮੈਂ, ਕਿਉਂਕਿ ਹੈੱਡ ਆਫ ਦਾ ਡਿਪਾਰਟਮੈਂਟ ਉਹ ਵੀ ਇੱਕ ਯੂਨੀਵਰਸਿਟੀ ਦੇ ਡਿਪਾਰਟਮੈਂਟ ਦਾ ਬਣ ਜਾਣਾ ਕੋਈ ਇਹ ਆਮ ਜਿਹੀ ਗੱਲ ਨਹੀਂ ਹੈਗੀ। ਮੈਂ ਅੱਜ ਕੱਲ੍ਹ ਵੀ ਪੜ੍ਹ ਰਹੀ ਹਾਂ ਕਿ ਯੂਨੀਵਰਸਿਟੀਜ਼ ਦੇ ਵਿੱਚ ਕੀ ਹੋ ਰਿਹਾ। ਸ਼ਾਇਦ ਤੁਸੀਂ ਪਿਛਲੇ 3-4 ਦਿਨਾਂ ਤੋਂ ਦੇਖ ਰਹੇ ਹੋਗੇ ਫੇਸਬੁੱਕ ਦੇ ਉੱਤੇ ਕਾਫੀ ਸਰਗਰਮੀ ਦੇ ਨਾਲ ਪੋਸਟਾਂ ਪਾਈਆਂ ਜਾ ਰਹੀਆਂ ਇਸ ਸਿਲਸਿਲੇ ਦੇ ਵਿੱਚ, ਚਾਹੇ ਉਹ ਲੇਖਕਾਂ ਬਾਰੇ ਪਾਈਆਂ ਜਾ ਰਹੀਆਂ ਜਾਂ ਉਹ ਯੂਨੀਵਰਸਿਟੀਜ਼ ਦੇ ਡਿਪਾਰਟਮੈਂਟਸ ਬਾਰੇ ਪਾਈਆਂ ਜਾ ਰਹੀਆਂ, ਜਾਂ ਫਿਰ ਉਹ ਲਿਟਰੇਚਰ ਦੇ ਨਾਲ ਜੁੜੇ ਅਵਾਰਡਸ ਬਾਰੇ ਪਾਈਆਂ ਜਾ ਰਹੀਆਂ, ਜਾਂ ਫਿਰ ਜਿਹੜੀਆਂ ਔਰਤਾਂ ਲਿਟਰੇਚਰ ਲਿਖਦੀਆਂ ਉਹਨਾਂ ਬਾਰੇ ਬਹੁਤ ਕੁਝ ਲਿਖਿਆ ਜਾ ਰਿਹਾ। ਜੇ ਲਿਖਿਆ ਨਹੀਂ ਜਾ ਰਿਹਾ ਤਾਂ ਘੱਟੋ ਘੱਟ ਜਿਹੜਾ ਅਫਵਾਹਾਂ ਵਾਲਾ ਸਿਲਸਿਲਾ ਆ ਉਹ ਲਗਾਤਾਰ ਚੱਲਦਾ ਰਹਿੰਦਾ। ਤੁਹਾਨੂੰ ਕਿਹੋ ਜਿਹੇ ਚੈਲੰਜਸ ਆਏ? ਕਿੰਨਾ ਸੌਖਾ ਸੀ, ਕਿੰਨਾ ਔਖਾ ਸੀ ਇੱਕ ਡਿਪਾਰਟਮੈਂਟ ਦੇ ਹੈੱਡ ਬਣ ਜਾਣਾ ਤੇ ਉਹਨੂੰ ਨਿਭਾਉਣਾ? ਔਖਾ ਬਹੁਤ ਹੁੰਦਾ, ਇਸ 'ਚ ਕੋਈ ਸ਼ੱਕ ਨਹੀਂ। ਕੋਈ ਵੀ ਕੰਮ ਕਰਨਾ ਬਹੁਤ ਔਖਾ ਹੁੰਦਾ ਜੇ ਤੁਸੀਂ ਖਾਸ ਕਰਕੇ ਉਸ ਫੀਲਡ 'ਚ ਆਉਂਦੇ ਹੋ ਜਿੱਥੇ ਤੁਹਾਡੇ ਬੰਦੇ ਜਿਹੜੇ ਨੇ ਉਹ ਬਰਾਬਰ ਦੇ ਖੜੇ ਹੋਣ। ਗੱਲ ਇਹ ਹੈ ਨਵਜੋਤ, ਜਿਹੜੇ ਮੇਰੇ ਪਲੱਸ ਪੁਆਇੰਟ ਗਿਆ ਨਾ ਉਹ ਮੇਰੇ ਵਿਦਿਆਰਥੀ ਸੀਗੇ। ਅੱਛਾ। ਹਾਂ ਹਾਂ। ਮੇਰੀ ਉਮਰ ਦੇ ਵਿਦਿਆਰਥੀ ਸੀ ਉਸ ਵੇਲੇ। ਓਕੇ। ਉਹ ਮੇਰੇ ਨਾਲ ਦੇ ਸੀ, ਉਸੇ ਡਿਪਾਰਟਮੈਂਟ 'ਚ ਮੈਂ ਪੜ੍ਹੀ ਸੀ, ਤੇ ਮੇਰੇ ਟੀਚਰ ਸੀਗੇ ਜਿਹੜੇ ਮੇਰੇ ਬਰਾਬਰ ਦੇ ਸੀਗੇ, ਉੱਥੇ ਬੈਠੇ ਸੀਗੇ। ਮੇਰੇ ਵਾਸਤੇ ਇਹ ਗੱਲ ਜਿਹੜੀ ਚੈਲੰਜਿੰਗ ਸੀ ਕਿ ਮੈਂ ਟੀਚਰਸ ਦੇ ਨਾਲ ਕਿਵੇਂ ਮੁਕਾਬਲਾ ਕਰੂੰਗੀ। ਇਹ ਟੀਚਰਸ ਨੇ, ਪਰ ਕਈ ਟੀਚਰਸ ਦਾ ਜਦੋਂ ਮੈਂ ਕਿਰਦਾਰ ਦੇਖਿਆ ਨਾ, ਨੀਵਾਂ ਕਿਰਦਾਰ ਦੇਖਿਆ, ਅੱਛਾ, ਉਦੋਂ ਮੈਨੂੰ ਲੱਗਿਆ ਵੀ ਨਹੀਂ, ਐਡੇ ਐਡੇ ਵੱਡੇ ਬੰਦੇ ਹੈ ਨਹੀਂ ਗੇ ਜਿਹੜੇ ਮੈਂ ਸਮਝੀ ਫਿਰਦੀ ਹਾਂ। ਫਿਰ ਮੈਨੂੰ ਲੱਗਿਆ ਵੀ ਨਹੀਂ, ਮੈਂ ਜੇ ਕੋਈ ਸਾਥ ਲੱਭਣਾ ਤਾਂ ਵਿਦਿਆਰਥੀਆਂ 'ਚੋਂ ਲੱਭਣਾ। ਅੱਛਾ। ਵਿਦਿਆਰਥੀ ਇੰਨੀ ਵਧੀਆ ਤਰੀਕੇ ਨਾਲ ਮੇਰੇ ਨਾਲ ਨਿਭੇ, ਮੈਂ ਉਸ ਗੱਲ ਦੀ ਦੇਣਦਾਰ ਹਾਂ। ਮੇਰਾ ਸਰਮਾਇਆ ਉਹਨਾਂ ਦੇ ਨਾਲ ਪਾਈ ਹੋਈ ਸਾਂਝ, ਉਹ ਮੇਰੇ ਨਾਲ ਅੱਜ ਤੱਕ ਨਿਭ ਰਹੇ ਨੇ, ਅਤੇ ਹੰਢਣਸਾਰ ਸਾਂਝਾਂ ਜਿਹੜੀਆਂ ਨੇ ਇਹ ਮੈਂ ਉੱਥੋਂ ਹੀ ਪਾਈਆਂ ਨੇ। ਅਤੇ ਮੇਰਾ ਪਲੱਸ ਪੁਆਇੰਟ ਰਿਹਾ ਕਿ ਮੈਂ ਉਹਨਾਂ ਦੇ ਨਾਲ ਸਾਥ ਨਿਭਾ ਕੇ ਆਪਣੇ ਬਰਾਬਰ ਤੋਰਿਆ। ਅਗਲੀ ਗੱਲ ਇਹ ਕਿ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਪਿਆ ਤਾਂ ਮੇਰੀ ਯੂਨੀਵਰਸਿਟੀ ਦੇ ਜਿਹੜੇ ਬੱਚੇ, ਮੁੰਡੇ ਖਾਸ ਕਰਕੇ ਚੱਕੇ ਜਾਂਦੇ ਸੀ, ਮੈਂ ਉਹਨਾਂ ਦਾ ਸਾਥ ਨਿਭਾਇਆ। ਮੈਂ ਉਹਨਾਂ ਦੇ ਨਾਲ ਅੰਤ ਤੱਕ ਨਿਭੀ। ਉਹਨਾਂ ਨੇ ਅੱਜ ਤੱਕ ਯਾਦ ਕੀਤਾ ਹੋਇਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਦੱਸਣ ਲੱਗੀ ਹਾਂ ਇਸ ਵੇਲੇ। ਮੈਂ ਸਰੀ ਆ ਕੇ ਉਤਰੀ, ਇੱਕ ਮੁੰਡਾ, ਮੈਂ ਉਹਦਾ ਨਾਮ ਨਹੀਂ ਲਊਂਗੀ, ਇੱਕ ਮੁੰਡਾ। ਕਦੋਂ ਦੀ ਗੱਲ ਹੈ ਇਹ? ਬਹੁਤ ਪੁਰਾਣੀ 93 ਦੀ ਗੱਲ ਹੈ। ਓਕੇ। ਉਹ ਮੁੰਡਾ ਰੋਜ਼ ਗਾਰਡਨ ਦੇ ਵਿੱਚ ਉਹਦੀ ਫੋਟੋ ਲਾ ਦਿੱਤੀ ਗਈ ਕਿ ਉਹ ਮਾਰ ਦਿੱਤਾ। ਉਹਦੇ ਸਿਰ ਦਾ ਇੰਨਾ ਇਨਾਮ ਸੀ, ਪੁਲਿਸ ਨੇ ਸ਼ਾਇਦ ਲਿਆ ਲੂਆ ਹੋਊਗਾ, ਆਪਸ ਕੀਤਾ ਹੋਊਗਾ। ਮੈਨੂੰ ਬੜਾ ਦੁੱਖ ਹੋਇਆ ਕਿਉਂਕਿ ਮੇਰਾ ਬਹੁਤ ਨੇੜੇ ਸੀਗਾ। ਪਰ ਜਦੋਂ ਮੈਂ ਸਰੀ ਉਤਰੀ 93 'ਚੋਂ, ਮੇਰੇ ਮੂਹਰੇ ਖੜਾ ਸੀ
ਅੱਛਾ, ਕੈਨ ਯੂ ਇਮੈਜਿਨ? ਉਹ ਕਿੰਨੀ ਖੁਸ਼ੀ ਦੀ ਗੱਲ ਸੀ। ਹਾਂ। ਤੇ ਉਸ ਮੁੰਡੇ ਨੇ ਇਹ ਲਫ਼ਜ਼ ਕਹੇ ਮੈਨੂੰ ਕਿ ਮੈਡਮ ਜਦੋਂ ਤੁਸੀਂ ਕਿਤੇ ਪੈਰ ਰੱਖਦੇ ਹੋ ਨਾ, ਮੇਰਾ ਜੀ ਕਰਦਾ ਪਹਿਲਾਂ ਮੈਂ ਤਲੀ ਧਰ ਦਿਆਂ। ਵਾਹ। ਇਹ ਮੇਰੇ ਅੰਦਰ ਲਿਖੇ ਹੋਏ ਨੇ। ਹਾਂ ਹਾਂ। ਇਸ ਤਰ੍ਹਾਂ ਦੇ ਲਫ਼ਜ਼ ਜਦੋਂ ਤੁਸੀਂ ਜਿਉਂਦੇ ਹੋ, ਇਸ ਤਰ੍ਹਾਂ ਦੀ ਸਾਂਝ ਜਦੋਂ ਤੁਹਾਡੇ ਅੰਦਰ ਪੜਦੀ ਹੈ, ਤਾਂ ਤੁਹਾਨੂੰ ਲੱਗਦਾ ਬਹੁਤ ਵੱਡਾ ਸਰਮਾਇਆ ਮੇਰੇ ਕੋਲ ਹੈ। ਤੁਸੀਂ ਇਹਨਾਂ ਚੀਜ਼ਾਂ ਨੂੰ ਕੀ ਸਮਝਦੇ ਹੋ? ਦੁਨਿਆਵੀ ਚੀਜ਼ਾਂ ਨੂੰ, ਰੁਪਈਏ ਪੈਸੇ ਨੂੰ। ਐਡੀ ਵੱਡੀ ਦੌਲਤ ਸ਼ਾਇਦ ਹੀ ਲੋਕਾਂ ਕੋਲ ਹੁੰਦੀ ਹੋਵੇ ਜੋ ਮੇਰੇ ਕੋਲ। ਪਰ ਜਿਸ ਜ਼ਮਾਨੇ ਦੀ ਤੁਸੀਂ ਗੱਲ ਕਰ ਰਹੇ ਹੋ, ਬਹੁਤ ਪ੍ਰੈਸ਼ਰ ਹੁੰਦਾ ਕਿ ਤੁਸੀਂ ਦੁਬਾਰਾ ਵਿਆਹ ਕਰਾ ਲਓ, ਜ਼ਿੰਦਗੀ ਬਹੁਤ ਔਖੀ ਹੈ, ਪਤਾ ਨਹੀਂ ਕਿਹੋ ਜਿਹੀ ਦੌਰ ਆਉਣਾ, ਵਗੈਰਾ ਵਗੈਰਾ ਵਗੈਰਾ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪ੍ਰੈਸ਼ਰਾਈਜ਼ ਵੀ ਕੀਤਾ ਜਾਂਦਾ। ਓਬਵੀਅਸਲੀ ਮੈਨੂੰ ਲੱਗਦਾ ਤੁਹਾਡੇ ਲਈ ਵੀ ਇਹੋ ਜਿਹੀਆਂ ਆਫਰਸ ਹੋਣਗੀਆਂ, ਜਾਂ ਤੁਹਾਨੂੰ ਵੀ ਕਿਸੇ ਨੇ ਇੱਦਾਂ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਹੋਏਗੀ। ਤੁਸੀਂ ਸਾਥੀ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ? ਬਿਲਕੁਲ ਨਹੀਂ ਕੀਤੀ। ਉਹਦਾ ਕਾਰਨ ਹੈ, ਮੈਂ ਕੋਈ ਸੀਤਾ ਸਵਿਤਰੀ ਨਹੀਂ। ਮੈਂ ਇਹ ਕਹਾਂ ਕਿ ਮੈਂ ਬਹੁਤ, ਗੱਲ ਇਹ ਹੈ ਕਿ ਡਾਕਟਰ ਬਰਾੜ ਜਿਹੜੇ ਸੀਗੇ ਨਾ, ਉਹਨਾਂ ਨੇ ਮੇਰੇ ਨਾਲ ਜਿਹੜੇ ਵੀ ਪਲ ਗੁਜ਼ਾਰੇ, ਮੇਰੀ ਪਿਘਲਦੀ ਮੋਮਬੱਤੀ ਵਰਗੇ ਉਹ ਪਲ ਜਿਹੜੇ ਸੀ ਨਾ, ਉਹ ਇੰਨੇ ਖੂਬਸੂਰਤ ਸੀ ਕਿ ਜਿਨ੍ਹਾਂ ਨੂੰ ਮੈਂ ਵਿਸ਼ ਕਰਦੀ ਹਾਂ ਕਿ ਹਰ ਕੁੜੀ ਨੂੰ ਘਰ ਵਾਲਾ ਉਸ ਤਰ੍ਹਾਂ ਦਾ ਮਿਲੇ। ਅੱਛਾ। ਦੁਨੀਆ 'ਚ ਉਸ ਦਾ ਕੋਈ ਸਬਸਟੀਚਿਊਟ ਹੈ ਹੀ ਨਹੀਂ ਸੀ। ਵਾਹ। ਉਹਨਾਂ ਦਾ ਸਬਸਟੀਚਿਊਟ ਸਿਰਫ ਮੇਰਾ ਮੁੰਡਾ ਹੈ। ਹਾਂ। ਅੱਛਾ। ਇਸ ਕਰਕੇ ਮੈਨੂੰ ਦੁਨੀਆ 'ਚ ਕੋਈ ਮਰਦ ਉਹਦੇ ਬਰਾਬਰ ਦਾ ਲੱਗਿਆ ਹੀ ਨਹੀਂ। ਤੇ ਜੇ ਕਿਤੇ ਮੈਂ ਬਹੁਤ ਮਾੜੇ ਪਲ ਗੁਜ਼ਾਰੇ ਹੁੰਦੇ ਤਾਂ ਹੋ ਸਕਦਾ ਮੈਂ ਵੀ ਲੱਭ ਲੈਂਦੀ। ਅਸਲ ਰੀਜ਼ਨ ਆਪਣਾ ਫੈਸਲਾ ਹੀ ਸੀ ਤੁਹਾਡਾ? ਮੇਰਾ ਆਪਣਾ ਫੈਸਲਾ ਸੀ। ਮੇਰੇ ਭਰਾਵਾਂ ਨੇ, ਮੇਰੇ ਘਰਦਿਆਂ ਨੇ ਬਹੁਤ ਕਿਹਾ, ਮੈਂ ਕਿਹਾ ਨਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਸੱਚੀ ਦੱਸਿਓ, ਕਦੇ ਟੁੱਟ ਨਹੀਂ ਸੀ ਜਾਂਦੇ? ਇਕੱਲੇ ਸਟਰਗਲ ਕਰਦੇ? ਬਹੁਤ ਟੁੱਟਦੀ ਸੀ। ਰਾਤ ਨੂੰ ਸਰਾਣੇ ਤੇ ਸਿਰ ਰੱਖ ਕੇ ਬਹੁਤ ਰੋਂਦੀ ਸੀ। ਦਿਨੇ ਇਸ ਲਈ ਨਹੀਂ ਰੋਂਦੀ ਸੀ ਕਿ ਬੱਚੇ ਨਾ ਉਦਾਸ ਹੋ ਜਾਣ। ਮੈਂ ਬੱਚਿਆਂ ਕੋਲ ਨਹੀਂ ਰੋ ਸਕਦੀ ਸੀ। ਤੇ ਜਦੋਂ ਮੈਂ ਇਕੱਲੀ ਰੋਂਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਆਪ ਤੇ ਤਰਸ ਕਰ ਰਹੀ ਹਾਂ। ਪਰ ਦਿਨੇ ਮੈਂ ਫਿਰ ਉਸੇ ਤਰ੍ਹਾਂ ਕਾਇਮ ਹੁੰਦੀ ਸੀ। ਮੈਨੂੰ ਪਤਾ ਹੈ ਮੇਰੀ ਪਿੱਠ ਪਿੱਛੇ ਮੈਨੂੰ ਬਾਕੀ ਦੇ ਲੋਕ, ਮੇਰੇ ਤੱਕ ਇਹ ਗੱਲ ਪਹੁੰਚਦੀ ਸੀ ਕਿ ਮੈਨੂੰ ਖਲਪਾੜ ਕਹਿੰਦੇ ਨੇ। ਅੱਛਾ। ਮੈਂ ਬੜਬੋਲੀ ਸੀ। ਅਗਲੇ ਦੇ ਮੂੰਹ ਤੇ ਲਾ ਕੇ ਧਰ ਦਿੰਦੀ ਸੀ ਕਿ ਤੂੰ ਮੈਨੂੰ ਕੁਝ ਕਹਿ ਕੇ ਦਿਖਾ। ਤਾਂ ਮੈਨੂੰ ਪਤਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਮੈਨੂੰ ਸੁਣਨੀਆਂ ਪਈਆਂ ਨੇ। ਇਹ ਗੱਲਾਂ ਔਖ ਵੀ ਸੀ। ਅਗਲੇ ਦੀਆਂ ਨਜ਼ਰਾਂ 'ਚੋਂ ਵੀ ਮੈਨੂੰ ਪੜ੍ਹਿਆ ਜਾਂਦਾ ਸੀ ਕਿ ਇਹ ਮੈਨੂੰ ਕੀ ਸਮਝਦੇ ਨੇ। ਪਿੱਛੇ ਜੇ ਮੇਰੀ ਇੰਟਰਵਿਊ ਕਰ ਰਿਹਾ ਸੀਗਾ ਰੈੱਡ FM ਤੇ, ਹਰਭਜਨ ਢਿੱਲੋਂ। ਅੱਛਾ। ਰੈੱਡ FM ਤੇ ਕਰ ਰਿਹਾ ਸੀ ਕੈਲਗਰੀ। ਉਹ ਮੈਨੂੰ ਕਹਿੰਦਾ, ਮੈਨੂੰ ਪਤਾ ਲੱਗਿਆ ਵੀ ਤੁਸੀਂ ਲੜਾਕੇ ਬਹੁਤ ਹੋ। ਅੱਛਾ ਅੱਛਾ। ਮੈਂ ਕਿਹਾ ਹਾਂ, ਮੈਂ ਲੜਾਕੀ ਹਾਂ। ਲੜਾਕੇ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ, ਸ਼ੁਕਰ ਕਰੋ। ਇਹ ਮੈਂ ਕਿਹਾ ਮੇਰਾ ਕਵਚ ਹੈ। ਤੁਸੀਂ ਬਦਾਮ ਦੀ ਗਿਰੀ ਨਹੀਂ ਦੇਖੀ। ਲਫ਼ਜ਼ ਦੋ ਹੀ ਵਰਤੇ ਜਾਂਦੇ, ਲੜਾਕੇ ਜਾਂ ਕੁਪੱਤੀ। ਕੁਪੱਤੀ ਮੈਨੂੰ ਖਲਪਾੜ ਕਹਿੰਦੇ ਸੀ। ਮੈਂ ਕਿਹਾ ਤੁਸੀਂ ਉਸ ਗਿਰੀ ਨੂੰ ਤੋੜ ਕੇ ਅੰਦਰ ਜਿਹੜਾ ਉਤਲਾ ਹੁੰਦਾ ਨਾ ਖੋਲ ਬਦਾਮ ਦੇ ਉੱਤੇ, ਤੁਸੀਂ ਉਹਨੂੰ ਤੋੜ ਕੇ ਕਦੇ ਗਿਰੀ ਵੱਲ ਦੇਖਿਆ ਹੀ ਨਹੀਂ। ਤੁਸੀਂ ਉੱਪਰਲਾ ਖੋਲ ਹੀ ਦੇਖ ਲੈਂਦੇ ਹੋ ਬਸ। ਬਿਲਕੁਲ। ਹਾਲਾਤ ਬੰਦੇ ਨੂੰ ਇਸ ਤਰ੍ਹਾਂ ਦਾ ਬਣਾ ਦਿੰਦੇ ਨੇ। ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਕੀਪ ਡਿਸਟੈਂਸ। ਮੈਂ ਕਿਹਾ ਉਹ ਡਿਸਟੈਂਸ ਮੈਨੂੰ ਬਰਕਰਾਰ ਕਰਨਾ ਆਉਂਦਾ ਹੈ। ਤੁਸੀਂ ਉਸ ਡਿਸਟੈਂਸ ਤੋਂ ਹੀ ਡਰ ਜਾਂਦੇ ਹੋ, ਬਾਕੀ ਤਾਂ ਕੋਈ ਗੱਲ ਹੀ ਨਹੀਂ ਰਹਿੰਦੀ। ਇਹ ਜਿਹੜੀ ਦੇਹੀ ਦੀ ਗੱਲ ਹੈ ਨਾ, ਇਹ ਤਾਂ ਬੜੀ ਦੂਰ ਰਹਿ ਜਾਂਦੀ ਹੈ। ਤੁਸੀਂ ਤਾਂ ਕਿਤੇ ਹੋਰ ਫਿਰਦੇ ਹੋ, ਮੈਂ ਕਿਸੇ ਹੋਰ ਹਾਲਾਤ 'ਚ। ਸੋ ਕਹਾਣੀਆਂ ਤੋਂ ਪਹਿਲਾਂ ਤੁਸੀਂ ਨਾਵਲ ਲਿਖਿਆ? ਹਾਂਜੀ, ਸਭ ਤੋਂ ਪਹਿਲਾਂ ਮੈਂ ਸਭੇ ਸਾਥ ਕੁੜਾਵੇ ਨਾਵਲ ਲਿਖਿਆ। ਮੈਂ ਉਹਦੇ ਬਾਰੇ ਜ਼ਰੂਰ ਗੱਲ ਕਰਨਾ ਚਾਹੂੰਗੀ। ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਸਾਂਝਾ ਕਰੋ। ਇਸ ਤਰ੍ਹਾਂ ਹੋਇਆ ਨਵਜੋਤ ਕਿ ਜਦੋਂ ਡਾਕਟਰ ਬਰਾੜ ਦੀ ਡੈਥ ਹੋਈ ਤਾਂ ਸਾਡੇ ਪਿੰਡੋਂ ਮਕਾਨ ਆਈ। ਅੱਛਾ। ਮੇਰਾ ਪਿੰਡ ਬਹੁਤ ਦੂਰ ਸੀ, ਮੁਕਤਸਰ ਕੋਲੇ, ਥਾਂਦੇਵਾਲਾ। ਤਾਂ ਉੱਥੋਂ ਮਕਾਨ ਦੇ ਵਿੱਚ ਇੱਕ ਜਵਾਨ ਮੁੰਡਾ ਸਾਡੇ ਪਿੰਡ ਦੇ ਲੋਕਾਂ ਨੂੰ ਲੈ ਕੇ ਆਇਆ ਸੰਸਕਾਰ ਕਰਨ ਵਾਸਤੇ। ਮੈਂ ਨਿਆਣੀ ਜੀ ਸੀ, ਮੈਨੂੰ ਪਤਾ ਨਹੀਂ ਸੀ ਕੋਈ ਵਰਤਣ ਵਰਤਾਰੀ ਦਾ। ਜਦੋਂ ਜਾਣ ਲੱਗਿਆ ਮੈਂ ਉਹਦੇ ਕੋਲ ਕਿਹਾ ਵੀ ਤੁਹਾਡਾ ਕਿਰਾਇਆ ਕਿੰਨਾ? ਅੱਛਾ। ਤੇ ਉਹ ਦੋਨੇ ਹੱਥਾਂ 'ਚ ਆਪਦਾ ਮੂੰਹ ਦੇ ਕੇ ਰੋਣ ਲੱਗ ਗਿਆ। ਕਹਿੰਦਾ ਮਕਾਨ ਤੇ ਆਇਆਂ ਦਾ ਕਿਰਾਇਆ ਨਹੀਂ ਪੁੱਛੀਦਾ। ਤੁਸੀਂ ਕਾਹਦੇ ਲਈ ਪੁੱਛਿਆ ਸੀ ਕਿਰਾਇਆ? ਕਿਉਂਕਿ ਉਹ ਟਰੱਕ ਤੇ, ਆਪਦੇ ਟਰੱਕ ਤੇ ਲੋਕਾਂ ਨੂੰ ਲੈ ਕੇ ਆਇਆ। ਓਕੇ, ਉਹ ਟਰੱਕ ਲਈ ਤੁਸੀਂ ਸੋਚ ਰਹੇ ਸੀ ਕਿ ਵੀ ਇਹ ਮਕਾਨ ਆਈ ਆ, ਵੀ ਇਹ ਕਿੰਨਾ ਖਰਚਾ ਹੋਇਆ ਹੋਊਗਾ, ਕਿੰਨਾ ਖਰਚਾ ਹੋਇਆ। ਮੈਨੂੰ ਤਾਂ ਪਤਾ ਨਹੀਂ ਸੀ, ਜ਼ਿੰਮੇਵਾਰੀ ਤਾਜੀ ਪਈ ਸੀ। ਉਸ ਤੋਂ ਨਵਜੋਤ ਤੀਜੇ ਮਹੀਨੇ ਉਹ ਮੁੰਡਾ ਐਕਸੀਡੈਂਟ ਹੋ ਕੇ ਮਰ ਗਿਆ। ਉਹਦੀ ਘਰ ਵਾਲੀ ਅਨਪੜ੍ਹ ਸੀ, 19 ਸਾਲ ਦੀ ਸੀ, ਮੇਰੇ ਨਾਲੋਂ ਛੋਟੀ ਸੀ। ਮੈਂ ਉਹਦੇ ਕੋਲੇ ਅਫਸੋਸ ਕਰਨ ਗਈ। ਅੱਛਾ। ਉਹ ਪਲ ਮੈਨੂੰ ਕਦੇ ਨਹੀਂ ਅੰਦਰੋਂ ਫਰੀਜ਼ ਹੋਇਆ, ਪਿਘਲਿਆ। ਜਦੋਂ ਮੈਂ ਉਹਦੇ ਕੋਲ ਗਈ, ਮੈਨੂੰ ਬੋਲਣਾ ਨਾ ਆਵੇ ਉਹਦੇ ਕੋਲ ਵੀ ਮੈਂ ਕੀ ਕਹਾਂ ਇਹਨੂੰ। ਉਹਦੇ ਫਾਦਰ ਤਾਂ ਉਹਦਾ ਵਿਆਹ ਉਹਦੇ ਜੇਠ ਨਾਲ ਕਰ ਰਹੇ ਸੀ। ਮੈਨੂੰ ਸਮਝ ਨਾ ਲੱਗੇ ਮੈਂ ਕਿਹੜੇ ਲਫ਼ਜ਼ਾਂ ਨਾਲ ਇਹਨੂੰ ਕੁਛ ਕਹਾਂ। ਤੇ ਜਿਹੜੇ ਲਫ਼ਜ਼ ਉਹਨੇ ਬੋਲੇ ਨਵਜੋਤ, ਮੈਂ ਅੱਜ ਬੋਲੂੰਗੀ ਜ਼ਰੂਰ। ਉਹ ਕਹਿੰਦੀ ਆਪਾਂ ਨੇ ਭੁੰਨ ਕੇ ਬੀਜਿਆ ਸੀ ਜਿਹੜਾ ਕਦੇ ਹਰਾ ਨਹੀਂ ਹੋਣਾ।
ਇਹ ਸੈਂਟੈਂਸ ਨੇ ਮੈਨੂੰ ਰਾਈਟਰ ਬਣਾਤਾ। ਤੇ ਮੈਂ ਪਹਿਲਾ ਨਾਵਲ ਸਭੇ ਸਾਕ ਕੁੜਾਵੇ ਇਸ ਸੈਂਟੈਂਸ ਤੇ ਆਧਾਰਿਤ ਲਿਖਿਆ ਕਿ ਮੈਂ ਆਲ ਇਨ ਆਲ ਹਾਂ, ਮੈਂ ਆਪਦਾ ਫੈਸਲਾ ਆਪ ਕਰ ਸਕਦੀ ਹਾਂ, ਮੈਂ ਕਮਾਉਣੀ ਹਾਂ, ਮੈਂ ਆਪਦੇ ਬੱਚੇ ਪਾਲ ਸਕਦੀ ਹਾਂ। ਉਹ ਜਿਹੜੀ ਵਿਚਾਰੀ ਅਨਪੜ੍ਹ ਛੋਟੀ ਜਿਹੀ ਉਮਰ ਦੀ, ਉਹ ਵਿਚਾਰੀ ਕਿੱਥੇ ਜਾਊਗੀ, ਕੀ ਕਰੂਗੀ? ਸੋ ਹੋ ਗਿਆ ਵਿਆਹ ਉਹਦਾ ਵਿਆਹ ਹੋ ਗਿਆ। ਵਿਆਹ ਹੋ ਗਿਆ ਉਹਦੇ ਜੇਠ ਦੇ ਨਾਲ, ਜਿਹਦੇ ਆਪਦੇ ਬੱਚੇ ਉਹਦੇ ਜਿੱਡੇ ਸੀ। ਓਕੇ। ਤੇ ਜਿਹੜੀ ਜਠਾਣੀ ਸੀ ਉਹ ਕਿੱਥੇ ਸੀ? ਜਠਾਣੀ ਨਾਲ ਹੀ ਸੀ। ਹਾਂਜੀ। ਮੈਂ ਮਤਲਬ ਉਹਦੇ ਭੋਗ ਤੇ ਇਹ ਗੱਲ ਕਹੀ ਗਈ, ਉਹਦੇ ਫਾਦਰ ਵਿਚਾਰੇ ਨੇ ਕਹੀ, ਗਰੀਬ ਬੰਦੇ ਨੇ, ਕਿ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਇਹਨੂੰ ਆਪਦੇ ਘਰ ਨਹੀਂ ਰੱਖ ਸਕਦਾ, ਇਹਨੂੰ ਰੋਟੀ ਜੋਗੀ ਥਾਂ ਦਿਓ। ਓਕੇ। ਉਦੋਂ ਮੈਨੂੰ ਪਤਾ ਲੱਗਿਆ ਕਿ ਔਰਤ ਲਈ ਆਰਥਿਕਤਾ ਦਾ ਕੀ ਮਹੱਤਵ ਹੈ। ਬਿਲਕੁਲ। ਤੇ ਮੈਂ ਉਹ ਜਿਹੜਾ ਨਾਵਲ ਲਿਖਿਆ ਉਹ ਇੱਕ ਵਰਕਿੰਗ ਲੇਡੀ ਤੇ ਨਾਨ ਵਰਕਿੰਗ ਲੇਡੀ ਦੇ ਅੰਦਰ ਪੜਦੇ ਦੁੱਖ ਬਾਰੇ ਲਿਖਿਆ, ਦੋਨਾਂ ਦੇ ਕੰਪੈਰੀਜ਼ਨ ਤੇ ਲਿਖਿਆ। ਮੇਰੇ ਇਸ ਨਾਵਲ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਤੇ ਮੈਨੂੰ, ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਲੈਟਰ ਦਾ ਹੁੰਗਾਰਾ ਸੀ, ਇਸ ਨਾਵਲ ਦੇ ਹੁੰਗਾਰੇ ਨੇ ਮੈਨੂੰ ਅੱਗੇ ਵਧਣ ਵਾਸਤੇ ਬਹੁਤ ਉਤਸ਼ਾਹਿਤ ਕੀਤਾ। ਬਹੁਤ ਵਾਰੀ ਇਹ ਬਲਵਿੰਦਰ ਜੀ ਦੇਖਿਆ ਜਾਂਦਾ, ਔਰਤ ਜਿਹੜੀਆਂ ਰਾਈਟਰਸ ਨੇ ਉਹਨਾਂ ਦੇ ਉੱਤੇ ਅਕਸਰ ਇਹ ਟੈਗ ਲਾ ਦਿੱਤਾ ਜਾਂਦਾ ਕਿ ਵੀ ਇਹ ਤਾਂ ਔਰਤਾਂ ਦੇ ਹੀ ਰੋਣੇ ਧੋਣੇ ਲਿਖਦੀਆਂ। ਤੁਸੀਂ ਇਸ ਬਾਰੇ ਕੀ ਕਹੋਗੇ? ਮੈਂ ਬਿਲਕੁਲ ਨਹੀਂ ਕਹੂੰਗੀ ਇਹ ਗੱਲ, ਕਿਉਂਕਿ ਇਹ ਡਿਪੈਂਡ ਕਰਦਾ ਜੀ ਤੁਹਾਡੇ ਆਪਣੇ ਅਨੁਭਵ 'ਤੇ। ਮੈਨੂੰ ਤਾਂ ਮੇਰੇ ਕੁਲੀਗਸ ਵੀ, ਮੇਰੇ ਆਲੇ ਦੁਆਲੇ ਦੇ ਵੀ, ਹੋ ਸਕਦਾ ਮੇਰੇ ਬਿਹੇਵ ਕਰਕੇ ਵੀ ਹੋਏ ਹੋਣ, ਮੇਰੇ ਬੜੇ ਅੱਛੇ ਫਰੈਂਡਸ ਰਹੇ ਨੇ। ਮੈਂ ਨਹੀਂ ਕਹਿੰਦੀ ਇਹ ਗੱਲ, ਨਾ ਹੀ ਮੇਰੀਆਂ ਲਿਖਤਾਂ 'ਚ ਹੈ। ਹਾਂ, ਮੇਰੀਆਂ ਲਿਖਤਾਂ 'ਤੇ ਇੱਕ ਟੈਗ ਲੱਗਦਾ ਰਿਹਾ ਕਿ ਮੇਰੇ ਪਾਤਰ ਸਿਵਿਆਂ ਨੂੰ ਕਿਉਂ ਜਾਂਦੇ ਨੇ। ਅੱਛਾ। ਉਹਦਾ ਕਾਰਨ ਹੈ ਕਿ ਜਦੋਂ ਪੰਜਾਬ ਦੇ ਉੱਤੇ ਕਾਲੀ ਬੋਲੀ ਹਨੇਰੀ ਝੁੱਲੀ ਸੀ, ਮੇਰੀ ਯੂਨੀਵਰਸਿਟੀ ਦੇ ਬਹੁਤ ਬੱਚੇ ਚੱਕੇ ਗਏ ਸੀ। ਮੇਰੀ ਯੂਨੀਵਰਸਿਟੀ ਦੇ ਬੱਚੇ ਜਿਹੜੇ ਮੇਰੇ ਬੱਚਿਆਂ ਵਰਗੇ ਸੀ, ਉਹਨਾਂ ਦੇ ਉੱਤੇ ਪੁਲਿਸ ਦਾ ਟੌਰਚਰ ਕੀਤਾ ਗਿਆ, ਕਈ ਮਾਰ ਦਿੱਤੇ ਗਏ। ਜਦੋਂ ਉਹ ਮਰ ਜਾਂਦੇ ਸੀ ਜਾਂ ਚੱਕੇ ਜਾਂਦੇ ਸੀ ਤਾਂ ਮੈਂ ਸੱਚੀ ਮੁੱਚੀ ਵਿਆਕੁਲ ਹੋ ਜਾਂਦੀ ਸੀ, ਮੇਰਾ ਅੰਦਰ ਹਿੱਲ ਜਾਂਦਾ ਸੀ, ਮੈਂ ਸਾਰੀ ਰਾਤ ਨਹੀਂ ਸੌਂਦੀ ਸੀ। ਫਿਰ ਮੈਂ ਉਹਨਾਂ 'ਤੇ ਕਹਾਣੀਆਂ ਲਿਖੀਆਂ ਸੀ। ਮਿੱਟੀ ਨਾਲ ਫਰੋੜ ਜੋਗੀਆਂ ਮੇਰੀ ਸਾਰੀਆਂ ਕਹਾਣੀਆਂ ਇਸੇ 'ਤੇ ਰਹੀਆਂ ਨੇ ਔਰ ਬੜੀਆਂ ਚਰਚਿਤ ਰਹੀਆਂ ਨੇ। ਮੈਨੂੰ ਇਹਦੇ 'ਤੇ ਇਨਾਮ ਵੀ ਮਿਲਿਆ ਅਮਰੀਕਾ ਦੇ ਵਿੱਚ। ਪਹਿਲੀ ਵਾਰੀ ਜਦੋਂ ਮੈਂ ਬਾਹਰਲੇ ਮੁਲਕਾਂ ਨੂੰ ਆਈ ਹਾਂ ਤਾਂ ਮਿੱਟੀ ਨਾਲ ਫਰੋੜ ਜੋਗੀਆਂ ਕਿਤਾਬ ਪੜ੍ਹਨ ਕਰਕੇ ਹੀ ਆਈ ਹਾਂ। ਹਾਂਜੀ, ਮੇਰੀਆਂ ਬਹੁਤੀਆਂ ਕਹਾਣੀਆਂ ਉਹਨਾਂ 'ਤੇ ਨਹੀਂ। ਸਾਡੇ ਇੱਕ ਲਿਸਨਰ ਗੱਲ ਕਰਨਾ ਚਾਹੁੰਦੇ ਨੇ ਤੁਹਾਡੇ ਨਾਲ। ਹਾਂਜੀ ਕੁਲਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਵਜੋਤ ਜੀ। ਪਹਿਲਾਂ ਤੇ ਮੈਡਮ ਬਰਾੜ ਨੂੰ ਜੀ ਆਇਆਂ ਨੂੰ। ਥੈਂਕ ਯੂ ਜੀ। ਤੇ ਮੈਂ ਵੀ ਉਸ ਯੂਨੀਵਰਸਿਟੀ ਚੋਂ ਪੜ੍ਹਿਆ ਜੀ। ਬੇਸ਼ੱਕ ਮੈਨੂੰ ਇਹਨਾਂ ਦੇ ਨਾਲ, ਇਹਨਾਂ ਦੇ ਡਿਪਾਰਟਮੈਂਟ 'ਚ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਪਰ ਯੂਨੀਵਰਸਿਟੀ ਦੇ ਵਿੱਚ ਇੱਕ ਇਹਨਾਂ ਦੀ ਸਾਖ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਜੀ, ਇੱਕ ਇਮੇਜ ਸੀਗੀ। ਡਰ ਇਹਨਾਂ ਤੋਂ, ਮਤਲਬ ਕਿ ਸਟੂਡੈਂਟ ਇਹਨਾਂ ਨਾਲ ਇੱਕ ਮਾਂ ਵਾਂਗ ਵੀ ਗੱਲ ਕਰਦੇ ਸੀ ਤੇ ਇੱਕ ਟੀਚਰ ਵਾਂਗ ਵੀ, ਇਹਨਾਂ ਤੋਂ ਡਰਦੇ ਵੀ ਸੀ ਤੇ ਇਹਨਾਂ ਦਾ ਪਿਆਰ ਵੀ ਲੈਂਦੇ ਸੀ। ਅੱਛਾ। ਹਾਂਜੀ। ਤੇ ਇਹਨਾਂ ਦੀ ਦੂਜੇ ਪਾਸੇ ਜਿਹੜੀਆਂ ਬਹੁਪੱਖੀ ਸ਼ਖਸੀਅਤ ਦੇ ਵੇਸ ਤੇ ਜਿਹੜੀ, ਜਿਵੇਂ ਹੁਣ ਇਹ ਲਿਖਦੇ ਨੇ, ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਕਈ ਵਾਰੀ ਉਹ ਮਰਦ ਵਾਲਾ ਚੱਕਰ ਵੀ ਉਹ ਨਹੀਂ ਉਹ ਕਰਦੇ, ਪਰ ਮੈਂ ਚਾਹੁੰਦਾ ਕਿ ਹਰ ਇੱਕ ਬੰਦਾ ਉਹ ਬੁੱਕਸ ਨੂੰ ਜ਼ਰੂਰ ਪੜ੍ਹੇ। ਬਿਕੋਜ਼ ਜਦੋਂ ਤੁਸੀਂ, ਜਿਵੇਂ ਆਪਾਂ ਕਹਿੰਦੇ ਨਾ ਵੀ ਜ਼ਿੰਦਗੀ ਦੇ ਦੋ ਟਾਇਰ ਹੈ ਇਹ, ਲੇਡੀਜ਼ ਐਂਡ ਦ ਜੈਂਟ, ਰਾਈਟ? ਸੋ ਹਸਬੈਂਡ ਵਾਈਫ, ਤੇ ਉਹਦਾ ਪ੍ਰੋਪਰ ਬੈਲੈਂਸ ਰੱਖਣ ਦੇ ਲਈ ਤੁਹਾਨੂੰ ਦੂਸਰੇ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ। ਐਂਡ ਤੁਸੀਂ ਉਦੋਂ ਹੀ ਸਮਝ ਸਕਦੇ ਹੋ ਵੈਨ ਯੂ ਲੁੱਕ ਇਨਟੂ ਦਾ ਅੰਦਰਲੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਲਿਖਤਾਂ ਦੇ ਵਿੱਚ ਹੈਗੀਆਂ ਨੇ। ਸੋ ਵੰਸ ਅਗੇਨ ਇਹਨਾਂ ਨੂੰ ਮੈਂ ਇੱਥੇ ਆਇਆ ਨੂੰ ਫਿਰ ਜੀ ਆਇਆ ਕਹਿਣਾ। ਤੇ ਮੈਡਮ ਬਰਾੜ, ਥੈਂਕ ਯੂ ਵੈਰੀ ਮਚ ਫॉर द ਕੰਟਰੀਬਿਊਸ਼ਨ। ਤੁਹਾਡੇ ਸਵਾਗਤ ਦਾ ਵੀ ਤੁਹਾਡੇ ਦਾ ਥੈਂਕ ਯੂ ਜੀ। ਥੈਂਕ ਯੂ। ਅੱਛਾ, ਇਹਨਾਂ ਦਾ ਬਹੁਤ ਬਹੁਤ ਕੁਲਦੀਪ ਜੀ ਧੰਨਵਾਦ ਤੁਹਾਡਾ। ਤੁਹਾਡੇ ਬਹੁਤ ਸਾਰੇ ਸਟੂਡੈਂਟਸ ਹੋਣਗੇ ਜਿਹੜੇ ਤੁਹਾਨੂੰ ਹੋਰ ਵੀ ਸੁਣਦੇ ਨੇ। ਮੈਂ ਇੱਕ ਚੀਜ਼ ਹੋਰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਸਿੰਸ ਤੁਸੀਂ ਲੇਖਕ ਹੋ, ਤੁਹਾਡਾ ਸਟੂਡੈਂਟਸ ਨਾਲ ਇੰਨਾ ਲੰਬੇ ਸਮੇਂ ਤੋਂ ਨਾਤਾ ਰਿਹਾ ਆ, ਤਕਰੀਬਨ ਹਰ ਉਮਰ ਵਰਗ ਦੇ ਲੋਕਾਂ ਦੇ ਨਾਲ ਤੁਸੀਂ ਡੀਲ ਕਰਦੇ ਰਹੇ ਹੋਗੇ। ਅੱਜ ਬੜਾ ਸਪਸ਼ਟ ਜਿਹਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇੱਕ ਔਰਤ ਦਾ ਲੇਖਕ ਹੋ ਕੇ ਵਿਚਰਨਾ ਕਿਸ ਤਰ੍ਹਾਂ ਹੁੰਦਾ, ਕਿਵੇਂ ਮਹਿਸੂਸ? ਨਵਜੋਤ, ਮੈਂ ਨਾ ਬੜੀ ਦੇਰ ਪਹਿਲਾਂ ਇੱਕ ਹਿੰਦੀ ਦਾ ਮੈਗਜ਼ੀਨ ਪੜ੍ਹਿਆ ਸੀ, ਹੰਸ ਮੈਗਜ਼ੀਨ ਸੀ। ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਔਰਤ ਉਦੋਂ ਲਿਖਦੀ ਹੈ ਜਦੋਂ ਘਰ ਦੀਆਂ ਧੱਜੀਆਂ ਉਡਾ ਦਿੰਦੀ ਹੈ। ਅੱਛਾ। ਕਿਸੇ ਨੇ ਆਰਟੀਕਲ ਲਿਖਿਆ ਸੀ। ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਇਹ ਕਿਉਂ ਲਿਖਿਆ? ਉਹ ਕਹਿੰਦੇ ਆਮ ਤੌਰ 'ਤੇ ਔਰਤ ਨੂੰ ਪੰਜਾਬੀ ਕਲਚਰ ਦੇ ਵਿੱਚ ਘਰ ਦੀ ਗੱਲ ਘਰੇ ਰੱਖਣ ਵਾਸਤੇ ਕਿਹਾ ਹੋਇਆ। ਇਹ ਸਾਡੀ ਕਲਚਰ 'ਚ ਪਲਦਾ। ਇਸੇ ਗੱਲ ਨੇ ਤਾਂ ਮਾਰਿਆ ਔਰਤਾਂ ਨੂੰ। ਜੇ ਉਹ ਆਪਦੀ ਗੱਲ ਬਾਹਰ ਨਹੀਂ ਕਰੂਗੀ ਤਾਂ ਬਾਹਰਲੀ ਸਥਿਤੀ ਦੀ ਤਰਤੀਬ ਕਿਵੇਂ ਬਦਲੂਗੀ? ਜੇ ਘਰ ਦੀ ਗੱਲ ਘਰੇ ਆਦਮੀ ਤੋਂ ਕੁੱਟ ਖਾ ਕੇ ਚੁੱਪ ਕਰਕੇ ਬਹਿ ਜੇ, ਦੂਜਿਆਂ ਨੂੰ ਨਾ ਦੱਸੇ ਕਿ ਮੇਰਾ ਘਰ ਵਾਲਾ ਤਾਂ ਮੈਨੂੰ ਰੋਜ਼ ਰਾਤ ਨੂੰ ਕੁੱਟ ਦਿੰਦਾ,
ਤਾਂ ਫਿਰ ਦੂਜੇ ਬੰਦੇ ਕਿਉਂ ਛਡਾਉਣਗੇ। ਇਸ ਕਰਕੇ ਮੈਂ ਉਸ ਮੈਗਜ਼ੀਨ 'ਚ ਪੜ੍ਹਿਆ ਸੀ ਕਿ ਔਰਤ ਜਦੋਂ ਲਿਖਦੀ ਹੈ ਤਾਂ ਸੁਸਾਇਟੀ ਦੀਆਂ ਚੂੜਾਂ ਹਿੱਲਦੀਆਂ ਨੇ। ਇਹ ਮਰਦ ਨੇ ਲਿਖਿਆ, ਪਰ ਮੈਂ ਕਹਿਣਾ ਚਾਹੁੰਦੀ ਹਾਂ ਜਦੋਂ ਤੱਕ ਉਹ ਨਹੀਂ ਲਿਖੂਗੀ ਉਹਦੇ ਅੰਦਰਲੀਆਂ ਭਾਵਨਾਵਾਂ ਤੇ, ਜਿਵੇਂ ਹੁਣ ਇਹ ਲੜਕਾ ਕਹਿ ਕੇ ਗਿਆ ਜੀ, ਤੁਸੀਂ ਤਸਵੀਰ ਦਾ ਦੂਜਾ ਪਾਸਾ ਨਹੀਂ ਦੇਖ ਸਕਦੇ ਕਿ ਉਹ ਜਿਹਨਾਂ ਤਲਖੀਆਂ ਦੇ ਵਿੱਚੋਂ ਹਕੀਕਤਾਂ ਨਾਲ ਮੁਲਾਕਾਤ ਕਰਦੀ ਹੈ ਉਹ ਕਿਹੜੀਆਂ ਨੇ। ਦੂਸਰੇ ਜੈਂਡਰ ਦੇ ਜਿਹੜੇ ਦੁੱਖ ਆ ਉਹ ਆਪਾਂ ਮਹਿਸੂਸ ਉਸ ਹੱਦ ਤੱਕ ਕਰ ਸਕਦੇ ਹੁੰਦੇ ਆ। ਮੈਂ ਇੱਕ ਲੇਖਕ ਕੋਲੋਂ ਇਹ ਇਸ ਲਈ ਪੁੱਛ ਰਹੀ ਹਾਂ ਕਿ ਜੇ ਔਰਤਾਂ ਬਾਰੇ ਇਹ ਕਿਹਾ ਜਾਂਦਾ ਕਿ ਔਰਤਾਂ ਬਾਰੇ ਕਹਾਣੀਆਂ ਬਹੁਤ ਵਧੀਆ ਲਿਖਦੀਆਂ ਜਾਂ ਔਰਤ ਦਾ ਪੱਖ ਬਹੁਤ ਵਧੀਆ ਪੇਸ਼ ਕਰਦੀਆਂ, ਤੁਹਾਡੇ ਲਈ ਇਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕਿ ਤੁਸੀਂ ਦੂਸਰੇ ਜੈਂਡਰ ਦੇ ਵਿਅਕਤੀ ਬਾਰੇ ਉਹਦੀਆਂ ਭਾਵਨਾਵਾਂ 'ਚ ਵੀ ਜੇ ਡੂੰਘਾਈ ਦੇ ਵਿੱਚ ਕਿੰਨਾ ਕੁ ਉਤਰ ਜਾਂਦੇ ਹੋ? ਈਜ਼ੀ ਹੈ ਜਾਂ ਔਖਾ ਹੈ? ਬਹੁਤ ਔਖਾ ਹੈ ਜੀ, ਹਰ ਰਾਈਟਰ ਲਈ ਔਖਾ ਹੈ। ਹਾਂ, ਜਦੋਂ ਤੱਕ ਤੁਸੀਂ ਕਿਸੇ ਦੇ ਸੀਨੇ ਅੰਦਰ ਪੌੜੀ ਲਾ ਕੇ ਉਤਰ ਨਹੀਂ ਜਾਂਦੇ ਤੁਸੀਂ ਉਹਦੀਆਂ ਭਾਵਨਾਵਾਂ ਨਹੀਂ ਸੁਣ ਸਕਦੇ, ਨਹੀਂ ਦੇਖ ਸਕਦੇ। ਤੇ ਜਦੋਂ ਤੱਕ ਤੁਸੀਂ ਆਪਦੇ ਹੀ ਰੋਣੇ ਰੋਈ ਜਾਣੇ ਨੇ ਤਾਂ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ। ਉਹ ਕਹਿੰਦੇ ਨਾ, ਮੈਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਪੜ੍ਹਾਇਆ, ਮੈਂ ਬੜੀ ਮਾਣ ਨਾਲ ਕਹਿਣੀ ਹੈ ਇਹ ਗੱਲ ਜੀ। ਉਹ ਕਹਿੰਦੇ ਹੁੰਦੇ ਸੀ ਹੌਲੀ ਹੌਲੀ ਬਣ ਗਿਆ ਮਿੱਤਰਾਂ ਦਾ ਗਮ ਲੋਕਾਂ ਦਾ ਗਮ। ਆਪਦਾ ਗਮ ਜੋ ਤੁਸੀਂ ਹੋਰਨਾਂ ਦੇ ਸੀਨੇ 'ਚ ਉਲੱਦ ਕੇ ਕੋਈ ਰਾਈਟਿੰਗ ਲਿਖਦੇ ਹੋ ਤਾਂ ਤੁਸੀਂ ਖੂਬਸੂਰਤ ਰਾਈਟਿੰਗ ਲਿਖ ਸਕਦੇ ਹੋ। ਤੇ ਮੇਰੀਆਂ ਬਹੁਤੀਆਂ ਕਹਾਣੀਆਂ ਦੇ ਪਾਤਰ ਮੁੰਡੇ ਨੇ। ਅੱਛਾ, ਇਸ ਕਰਕੇ ਮੈਂ ਉਹਨਾਂ ਮੁੰਡਿਆਂ ਦੇ ਸੀਨੇ 'ਚ ਉਤਰ ਕੇ ਇਹ ਗੱਲ ਦੇਖੀ ਹੈ। ਜਦੋਂ ਕੋਈ ਮੁੰਡਾ ਆ ਕੇ ਮੈਨੂੰ ਕਹਿ ਦਿੰਦਾ, ਮੈਂ ਛੋਟੀ ਜਿਹੀ ਐਗਜ਼ਾਮਪਲ ਦੱਸਦੀ ਹਾਂ। ਇੱਕ ਮੁੰਡਾ ਮੇਰੇ ਕੋਲ ਆਇਆ, ਬੜਾ ਰੋਇਆ, ਸੰਧੂਰੀ ਪੱਗ ਬੰਨੀ ਹੋਈ ਉਹਦੇ। ਅੱਛਾ, ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਜੀ ਰਾਤ ਜਿਹੜਾ ਮੁੰਡਾ ਤੁਹਾਨੂੰ ਗੋਲ ਮਾਰਕੀਟ ਮਿਲਿਆ ਸੀ ਨਾ, ਉਹਨੂੰ ਪੁਲਿਸ ਨੇ ਚੱਕ ਲਿਆ। ਅੱਛਾ, ਤੇ ਉਹਦੇ ਟੋਟੇ ਕਰਤੇ। ਤੇ ਇਸ ਵੇਲੇ ਜਿਹੜੀ ਮੇਰੇ ਸਿਰ ਤੇ ਪੱਗ ਬੰਨੀ ਹੋਈ ਹੈ ਨਾ, ਉਹ ਮੇਰੇ ਨਾਲ ਵਟਾ ਕੇ ਗਿਆ ਸੀ। ਓਹੋ, ਤੇ ਮੈਨੂੰ ਜਿਉਣਾ ਧਰਕਾਰ ਲੱਗ ਰਿਹਾ। ਮੈਂ ਉਹਨੂੰ ਬਹੁਤ ਸਮਝਾਇਆ, ਕੋਈ ਨਾ, ਜਿਹੜੀ ਗੱਲ ਹੋਣੀ ਸੀ ਹੋ ਗਈ, ਹੁਣ ਆਪਾਂ ਕੋਈ ਹੋਰ ਪੱਖ ਦੇਖੀਏ, ਇਹਦਾ ਕੋਈ ਹੋਰ ਤਰੀਕਾ ਦੇਖੀਏ। ਪਰ ਨਵਜੋਤ, ਮਹੀਨੇ ਕੁ ਬਾਅਦ ਉਹ ਮੁੰਡਾ ਵੀ ਮਰ ਗਿਆ, ਇਸੇ ਕਰਕੇ ਮਰ ਗਿਆ। ਤੁਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਿਵੇਂ ਜਰ ਸਕਦੇ ਹੋ? ਔਰ ਜਦੋਂ ਕੋਈ ਮੌਤ ਦੇ ਮੂੰਹ ਜਵਾਨੀ 'ਚ ਚਲਿਆ ਜਾਂਦਾ ਹੈ, ਮੈਨੂੰ ਪਤਾ ਜਿਹੜਾ ਖੱਪਾ ਘਰ ਦੇ ਵਿੱਚ ਪੈਂਦਾ ਹੈ, ਉਹਨਾਂ ਦੀਆਂ ਮਾਵਾਂ ਨੇ, ਉਹਨਾਂ ਦੀਆਂ ਭੈਣਾਂ ਨੇ, ਉਹਨਾਂ ਦੇ ਘਰਦਿਆਂ ਨੇ ਉਹ ਕਿਵੇਂ ਜਰਿਆ ਹੋਊਗਾ। ਜਦੋਂ ਤੱਕ ਤੁਸੀਂ ਇਹ ਨਹੀਂ ਨਾ ਸੋਚਦੇ ਉਦੋਂ ਤੱਕ ਤੁਸੀਂ ਲਿਖ ਨਹੀਂ ਸਕਦੇ। ਪਰ ਇਹ ਗੱਲ ਹੈ ਕਿ ਮੈਂ ਜਿਵੇਂ ਹੁਣ ਦੂਜੇ ਜੈਂਡਰ ਦੀ ਗੱਲ ਕੀਤੀ, ਤੁਸੀਂ ਬੜੀ ਹੈਰਾਨੀ ਵਾਲੀ ਇਹ ਗੱਲ ਦੱਸੀ ਕਿ ਤੁਹਾਡੀਆਂ ਕਹਾਣੀਆਂ ਦੇ ਬਹੁਤੇ ਪਾਤਰ ਜਿਹੜੇ ਆ ਮੁੰਡੇ ਨੇ, ਯੰਗ ਮੁੰਡੇ ਨੇ, ਕਿਉਂਕਿ ਤੁਸੀਂ ਵਿਚਰਦੇ ਰਹੇ ਉਹਨਾਂ ਦੇ ਨਾਲ। ਬਿਲਕੁਲ। ਅਗਲੀ ਆਪਾਂ ਲਿਸਨਰ ਦੀ ਗੱਲ ਸੁਣਦੇ ਹਾਂ। ਹਾਂਜੀ, ਤਰਨ ਢਿੱਲੋਂ ਜੀ। ਹਾਂਜੀ ਤਰਨ ਜੀ, ਤੁਸੀਂ ਔਨ ਏਅਰ ਹੋ? ਹਾਂਜੀ, ਆਵਾਜ਼ ਆ ਰਹੀ ਹੈ ਜੀ? ਬਿਲਕੁਲ ਆ ਰਹੀ ਹੈ, ਬਿਲਕੁਲ ਔਨ ਏਅਰ ਹੋ ਤੁਸੀਂ। ਪਹਿਲਾਂ ਤਾਂ ਆਂਟੀ ਨੂੰ ਸਤਿ ਸ੍ਰੀ ਅਕਾਲ ਜੀ। ਆਂਟੀ ਮੈਂ ਤਰਨ ਢਿੱਲੋਂ ਬੋਲ ਰਿਹਾ। ਤਰਨ ਢਿੱਲੋਂ? ਅੱਛਾ ਜੀ। ਤੁਸੀਂ ਮੈਨੂੰ ਪਛਾਣਿਆ? ਮੇਰਾ ਨਿਕਨੇਮ ਹੈਗਾ ਕਾਕਾ। ਅੱਛਾ ਜੀ, ਹਾਂਜੀ ਪਛਾਣ ਲਿਆ। ਹਾਂਜੀ। ਇਹ ਮੈਂ ਆਂਟੀ ਦੀ ਗੱਲ ਸੁਣਾਉਣਾ ਜੀ, ਸਾਰੀ ਯੂਨੀਵਰਸਿਟੀ ਆਂਟੀ ਨੂੰ ਬਹੁਤ ਦਿਲੋਂ ਪਿਆਰ ਕਰਦੀ। ਥੈਂਕ ਯੂ ਜੀ। ਮੇਰੇ ਮੰਮਾ, ਮੇਰੇ ਪਾਪਾ, ਚਾਚਾ ਜੀ, ਚਾਚੀ ਜੀ ਹੁਣੀ, ਮਾਮਾ ਜੀ ਹੁਣੀ, ਪਰ ਕਿਉਂ, ਇਹ ਵੀ ਦੱਸੋ ਨਾ। ਇਹ ਇਹਨਾਂ ਦਾ ਜਿਹੜਾ ਨੇਚਰ ਹੀ ਉਹ ਇੰਨਾ ਮਿਲਾਪੜਾ ਹੈ ਨਾ, ਵੀ ਹਰ ਕੋਈ ਯੂਨੀਵਰਸਿਟੀ 'ਚ ਜਿਹੜਾ ਸਟੂਡੈਂਟ ਤੋਂ ਨਹੀਂ ਵੀ ਪੜ੍ਹਿਆ ਹੋਊਗਾ ਨਾ, ਉਹ ਵੀ ਇਹਨਾਂ ਨੂੰ ਬਹੁਤ ਪਿਆਰ ਕਰਦਾ ਸੀ। ਕਿਉਂਕਿ ਇਹਨਾਂ ਦੇ ਕੋਈ ਕਿਸੇ ਤਰੀਕੇ ਦਾ ਕੋਈ ਕੰਮ ਲੈ ਕੇ ਚਲੇ ਜਾਣ ਜੇ, ਅੱਛਾ ਉਸ ਤੋਂ ਬਾਅਦ ਜੇ ਇਹ ਕਿਸੇ ਫੈਕਲਟੀ ਮੈਂਬਰ ਨੂੰ ਕੋਈ ਕੰਮ ਕਹਿ ਵੀ ਦੇਣ ਨਾ, ਤਾਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਇਹਨਾਂ ਨੂੰ ਨਾ ਕੀਤੀ ਹੋਊਗੀ। ਨਹੀਂ ਕੀਤੀ, ਕਦੇ ਨਹੀਂ ਕੀਤੀ। ਅੱਛਾ, ਕਦੀ ਨਹੀਂ ਕੀਤੀ। ਮੈਨੂੰ ਲੱਗਦਾ ਵਾਈਸ ਚਾਂਸਲਰ ਨੇ ਵੀ ਨਹੀਂ ਇਹਨਾਂ ਨੂੰ ਕਦੀ ਨਾ ਕੀਤੀ ਹੋਊਗੀ। ਇਹਨਾਂ ਦਾ ਜਿਹੜਾ ਨੇਚਰ ਸੀਗਾ ਨਾ, ਮੈਂ ਕਹਿੰਦਾ ਰਜਿਸਟਰਾਰ ਹੋ ਗਏ, ਡੀਨਸ ਹੋ ਗਏ, ਹੈ ਨਾ ਜੀ, ਵੀ ਇਹਨਾਂ ਦੀ ਇੰਨੀ ਗੱਲ ਸੁਣੀ ਜਾਂਦੀ ਸੀਗੀ ਕਿਉਂਕਿ ਇਹਨਾਂ ਦਾ ਨੇਚਰ ਬਹੁਤ ਮਿਲਾਪੜਾ ਤੇ ਇਹਨਾਂ ਦਾ ਗੱਲ ਕਰਨ ਦਾ ਤਰੀਕਾ ਹੀ ਇੰਨਾ ਸੋਹਣਾ ਸੀਗਾ ਵੀ ਬੰਦਾ ਕੁਦਰਤੀ ਇਹਨਾਂ ਨੂੰ ਨਾ ਹੀ ਨਹੀਂ ਕਰ ਸਕਦਾ। ਅਸੀਂ ਤਾਂ, ਮੈਂ ਤਾਂ ਜੀ, ਮੇਰੀ ਸਾਰੀ ਫੈਮਿਲੀ, ਮਤਲਬ ਕਿ ਮੇਰੇ ਸਿਸਟਰ, ਅਸੀਂ ਸਾਰੇ, ਮੇਰੇ ਕਜ਼ਨ, ਅਸੀਂ ਤਾਂ ਇਹਨਾਂ ਦੇ ਹੱਥੀਂ ਪਲੇ ਹੋਏ ਆ ਜੀ। ਮੈਂ ਇਹਨਾਂ ਦੇ ਨੇਬਰ ਹੁੰਦਾ ਸੀਗੇ, ਅਸੀਂ ਇਹਨਾਂ ਦੇ ਬੈਕ ਸਾਈਡ ਰਹਿੰਦੇ ਹੁੰਦੇ ਸੀਗੇ। ਤੇ ਮੈਂ ਆਂਟੀ ਨੂੰ ਕਹਿੰਦਾ ਆਲ ਦਾ ਬੈਸਟ ਆਂਟੀ, ਹੈ ਨਾ। ਥੈਂਕ ਯੂ ਤਰਨ, ਥੈਂਕ ਯੂ। ਖਿਆਲ ਰੱਖਿਓ। ਓਕੇ, ਆਲ ਦਾ ਬੈਸਟ। ਥੈਂਕ ਯੂ। ਲਓ ਜੀ, ਕਾਕਾ ਹੁਣੀ ਆਏ ਸੀ, ਤੁਸੀਂ ਕਾਕੀਆਂ ਦੀ ਗੱਲ ਕਰ ਰਹੇ ਸੀ। ਗੱਲ ਇਹ ਹੈ ਨਵਜੋਤ, ਕੋਈ ਮੇਰੇ 'ਚ ਐਡੀ ਵੱਡੀ ਖੂਬੀ ਹੈ ਨਹੀਂ ਜਿਵੇਂ ਇਹ ਗੱਲ ਕਰ ਰਿਹਾ ਹੈ। ਗੱਲ ਇਹ ਸੀ ਕਿ ਮੈਂ ਕਦੇ ਆਪਣੇ ਕੰਮ ਕਦੇ ਕਿਸੇ ਕੋਲ ਨਹੀਂ ਗਈ। ਅੱਛਾ, ਮੈਂ ਲੋਕਾਂ ਦੇ ਕੰਮ ਜਾਂਦੀ ਸੀ। ਫਰਜ਼ ਕਰੋ ਕੋਈ ਬੱਚਾ ਗਰੀਬ ਹੈ, ਉਹ ਨਹੀਂ ਪੜ੍ਹ ਸਕਦਾ, ਉਹਦੇ ਕੋਲ ਪੈਸੇ ਨਹੀਂ ਹਣਗੇ, ਮੈਂ ਡੀਨ ਕੋਲ ਜਾਂਦੀ ਸੀ ਕਿ ਇਹਦੀ ਫੀਸ ਮਾਫ ਕਰ।
ਵੀ ਇਹ ਡਿਜ਼ਰਵ ਕਰਦਾ, ਇਹ ਡਿਜ਼ਰਵ ਕਰਦਾ। ਜਦੋਂ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਨਾ, ਜਾਣਦੇ ਹੋ, ਤੁਹਾਨੂੰ ਇੰਨੀ ਮਾਨਸਿਕ ਤ੍ਰਿਪਤੀ ਹੁੰਦੀ ਹੈ, ਤੁਸੀਂ ਇੰਨੇ ਖੁਸ਼ ਹੁੰਦੇ ਹੋ ਕਿ ਮੈਂ ਆਪਣੇ ਬੱਚਿਆਂ ਲਈ ਕਦੇ ਵੀ ਨਹੀਂ ਗਈ, ਮੈਂ ਇਹਨਾਂ ਬੱਚਿਆਂ ਲਈ ਜਾਂਦੀ ਸੀ। ਦੇਖਦੇ ਹਾਂ ਅਗਲੇ ਸਾਡੇ ਲਿਸਨਰ ਕੀ ਕਹਿੰਦੇ ਆ। ਹੈਲੋ, ਕਾਲ ਡਿਸਕਨੈਕਟ ਹੋ ਗਈ ਇਹਨਾਂ ਦੀ, ਦੁਬਾਰਾ ਕਾਲ ਕਰ ਸਕਦੇ ਆ। ਅੱਜ ਕੁਝ ਗੱਲਾਂ ਮੈਂ ਹੋਰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ, ਕਿਉਂਕਿ ਤੁਸੀਂ ਮੈਨੂੰ ਮੌਕਾ ਮਿਲਿਆ ਅੱਜ ਇੱਕ ਔਰਤ ਲੇਖਕ ਦਾ ਦਿਲ ਫਰੋਲਣ ਦਾ। ਬਾਕੀ ਤੁਹਾਡੀਆਂ ਰਚਨਾਵਾਂ ਤਾਂ ਜਿਹੜੀਆਂ ਨਹੀਂ ਪੜ੍ਹੀਆਂ ਉਹ ਜ਼ਰੂਰ ਪੜ੍ਹਾਂਗੇ, ਸੁਣਨ ਵਾਲਿਆਂ ਦਾ ਵੀ ਇੰਟਰਸਟ ਬਣਦਾ, ਅਤੇ ਮੈਂ ਨਾਲ ਨਾਲ ਇਹ ਰਿਕਮੈਂਡ ਜ਼ਰੂਰ ਕਰਦੀ ਹਾਂ ਕਿ ਜਦੋਂ ਗੱਲਬਾਤ ਹੁੰਦੀ ਹੈ ਨਾ, ਬੜੀ ਵਾਰੀ ਇਮੋਸ਼ਨਲ ਹੋ ਜਾਂਦੇ ਸੁਣਨ ਵਾਲੇ ਵੀ ਕਿ ਵੀ ਹਾਂ ਆਪਾਂ ਜ਼ਰੂਰ ਪੜ੍ਹਾਂਗੇ, ਬਾਅਦ 'ਚ ਆਈ ਗਈ ਗੱਲ ਹੋ ਜਾਂਦੀ ਹੈ। ਜਿਹੜਾ ਪੜ੍ਹਨ ਦਾ ਟਰੈਂਡ ਹੈ ਘਟ ਰਿਹਾ, ਵੱਧ ਰਿਹਾ, ਜਾਂ ਕਿਵੇਂ? ਕੀ ਬਹੁਤ ਘਟ ਰਿਹਾ ਹੈ, ਕੋਈ ਸ਼ੱਕ ਨਹੀਂ। ਖਾਸ ਕਰਕੇ ਜਦੋਂ ਟੀਵੀ ਦੇ ਉੱਤੇ ਆ ਜਾਂਦੀਆਂ ਨੇ, ਕਹਾਣੀਆਂ ਵੀ ਆ ਜਾਂਦੀਆਂ ਨੇ ਤੇ ਸਾਰਾ ਕੁਝ ਆ ਜਾਂਦਾ ਹੈ, ਫਿਰ ਕਿਤਾਬਾਂ ਤੋਂ ਲੋਕਾਂ ਨੇ ਪਿੱਠ ਕਰ ਲਈ ਹੈ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਬਿਲਕੁਲ ਹੀ ਖਤਮ ਹੋ ਜਾਊਗੀ। ਕਈ ਲੋਕ ਜਿਹੜੇ ਅੱਜ ਕੱਲ੍ਹ ਦੀ ਬਨੀਰੀ ਉਹ ਇਹ ਕਹਿੰਦੇ ਨੇ ਵੀ ਕਿਤਾਬਾਂ ਤਾਂ ਖਤਮ ਹੋ ਜਾਣੀਆਂ ਨੇ, ਕਿਤਾਬਾਂ ਨੂੰ ਕਿਹਨੇ ਪੜ੍ਹਨਾ। ਪਰ ਇੱਥੋਂ ਦੇ ਲੋਕ, ਖਾਸ ਕਰਕੇ ਗੋਰੇ, ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ, ਬੱਸ ਦੇ ਵਿੱਚ ਬੈਠੇ ਨੇ, ਕਿਤੇ ਵੀ ਜਾਂਦੇ ਨੇ, ਉਹ ਆਪਣਾ ਟਾਈਮ ਕੱਢਣ ਵਾਸਤੇ ਉਹਨਾਂ ਦੇ ਹੱਥ 'ਚ ਕਿਤਾਬ ਹੁੰਦੀ। ਸਾਡਿਆਂ ਦਾ ਕੀ ਹੋਊਗਾ? ਸਾਡਿਆਂ ਦਾ ਤਾਂ ਮੈਂ ਕੀ ਕਹਿ ਸਕਦੀ ਹਾਂ, ਕਿਉਂਕਿ ਹਰ ਜਿਹੜਾ ਆਪਣਾ ਗ੍ਰਾਫ ਹੈ ਨਾ, ਉਹ ਥੱਲੇ ਨੂੰ ਜਾ ਰਿਹਾ। ਅੱਛਾ, ਸਾਰੇ ਪਾਸੇ ਥੱਲੇ ਨੂੰ ਜਾ ਰਿਹਾ ਹੈ। ਜਿਸ ਤਰੀਕੇ ਨਾਲ ਆਪਾਂ ਪੰਜਾਬੀਅਤ ਦੀ ਗੱਲ ਕਰਦੇ ਹਾਂ, ਤੁਸੀਂ ਰੇਡੀਓ ਤੇ ਬਹੁਤ ਪੰਜਾਬੀਅਤ ਦੀ ਗੱਲ ਕਰਦੇ ਹੋ, ਇਸ ਪੰਜਾਬੀਅਤ ਨੂੰ ਜਿਉਂਦਾ ਰੱਖਣ ਵਾਸਤੇ ਸਾਨੂੰ ਘਰਾਂ ਦੇ ਵਿੱਚ ਪੰਜਾਬੀਅਤ ਰੱਖਣੀ ਪਊਗੀ, ਤਾਂ ਕਿਤੇ ਗੱਲ ਬਣੂਗੀ। ਜੇ ਘਰਾਂ ਦੇ ਵਿੱਚ ਤੁਸੀਂ ਹੋਰ ਕਰਕੇ ਫੇਰ ਔਖਾ ਹੈ। ਅਗਲੇ ਲਿਸਨਰ ਨੇ ਸਾਡੇ ਸੁਖਵੰਤ ਕੌਰ ਜੀ। ਹਾਂਜੀ ਸੁਖਵੰਤ ਜੀ। ਹਾਂਜੀ ਨਵਜੋਤ ਜੀ, ਹਾਂਜੀ, ਤੁਹਾਨੂੰ ਤੇ ਬਰਾੜ ਭੈਣ ਜੀ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਲੂਟ ਹੈ ਤੁਹਾਨੂੰ ਦੋਵਾਂ ਨੂੰ। ਥੈਂਕ ਯੂ ਜੀ। ਇਹਨਾਂ ਨੇ ਔਰਤ ਦਾ ਜਾਤ ਦੀ ਜਿਹੜੀਆਂ ਤੰਗੀਆਂ ਤੁਰਸ਼ੀਆਂ ਤੇ ਜਿਸ ਤਰ੍ਹਾਂ ਇਹਨਾਂ ਨੇ ਉਹ ਸਹਿ ਕੇ ਆਪਣਾ ਇਹਨਾਂ ਦੇ ਅੰਦਰੋਂ ਲੇਖਕ ਉਜਾਗਰ ਹੋਇਆ, ਕੋਈ ਨਾਵਲਕਾਰ ਉਜਾਗਰ ਹੋਇਆ। ਔਰ ਜਿਹੜੀ ਇਹਨਾਂ ਨੇ ਮੈਨੂੰ ਉਸ ਬੱਚੇ ਦੀ ਕਹਾਣੀ, ਜਿਹੜਾ ਟਰੱਕ ਡਰਾਈਵਰ ਆਇਆ ਸੀ ਤੇ ਕਿਸ ਤਰ੍ਹਾਂ ਇਹ ਆਪ ਦੁਖੀ ਸੀਗੇ ਤੇ ਔਰ ਉਹਨੂੰ ਕਿਰਾਇਆ ਪੁੱਛ ਰਹੇ ਸੀ ਉਸ ਟਾਈਮ ਤੇ, ਆਪਣੇ ਦੁੱਖ ਵਿੱਚੋਂ ਹੀ ਉੱਪਰ ਉੱਠ ਕੇ, ਹੈ ਨਾ। ਤੇ ਉਹਦੇ ਨਾਲ ਜੋ ਟ੍ਰੈਜਡੀ ਹੋਈ, ਮਤਲਬ ਬਹੁਤ ਸੁਣੀ ਨਹੀਂ ਸੀ ਜਾ ਸਕਦੀ ਉਹ ਗਾਥਾ ਇਹਨਾਂ ਦੀ। ਤੇ ਬਾਕੀ ਜਿਹੜੀ ਇਹ ਸੇਵਾ ਕਰ ਰਹੇ ਨੇ, ਜਿਹੜੀ ਇਹਨਾਂ ਨੇ ਇੱਕ ਸਭ ਤੋਂ ਮੈਨੂੰ ਟੁੰਬਣ ਵਾਲੀ ਹੋਰ ਗੱਲ ਕੀਤੀ ਕਿ ਮੇਰੇ ਪਤੀ ਦੇ ਬਰਾਬਰ ਉਹਨਾਂ ਦਾ ਕੋਈ ਤੋੜ ਹੀ ਨਹੀਂ ਹੋ ਸਕਦਾ। ਇਹ ਚੀਜ਼ ਕਿੰਨੀ ਔਰਤ ਨੂੰ ਉੱਪਰ ਲੈ ਕੇ ਜਾਂਦੀ ਹੈ ਕਿ ਸਾਡਾ ਕਲਚਰ ਦੇਖੋ ਕਿੰਨਾ ਮਹਾਨ ਹੈ। ਇਹਦੇ ਵਿੱਚ ਸੁਖਵੰਤ ਜੀ ਇੱਕ ਗੱਲ ਆ, ਜੇ ਪਤੀ ਇਦਾਂ ਦਾ ਹੋਊਗਾ ਤਾਂ ਹੀ ਪਤਨੀ ਦੇ ਮਨ 'ਚ ਇਹ ਗੱਲ ਆਊਗੀ ਨਾ। ਆਪਾਂ ਇਹ ਸਿਰਫ ਇੱਕ ਕਲਚਰ ਦੇ ਨਾਂ ਤੇ ਆਪਾਂ ਜੇ ਠੱਪਾ ਲਾ ਦਈਏ ਕਿ ਅਸੀਂ ਆਪਣੇ ਪਤੀ ਨੂੰ ਮਹਾਨ ਹੀ ਕਹਿਣਾ, ਹੈ ਨਾ। ਪਤੀਆਂ ਲਈ ਵੀ ਕਿੰਨੀ ਵੰਗਾਰ ਹੈ ਕਿ ਇੰਨੇ ਉੱਚੇ ਹੋਵੋ, ਇੰਨਾ ਸੁੱਖ ਦੇਵੋ ਕਿ ਔਰਤ ਤੁਹਾਡੇ ਮਰਨ ਤੋਂ ਬਾਅਦ ਵੀ ਕੋਈ ਮਹਿਸੂਸ ਨਾ ਕਰੇ ਕਿ ਮੈਨੂੰ ਆਦਮੀ ਦੀ ਜ਼ਰੂਰਤ ਹੈ। ਬਿਲਕੁਲ ਬਿਲਕੁਲ। ਤੇ ਆਪਣੇ ਬੱਚੇ ਨੂੰ ਇਹਨਾਂ ਨੇ ਕਿੰਨੀ ਫਖਰ ਦੇ ਨਾਲ ਕਿ ਮੇਰੇ ਬੱਚੇ ਦੀ ਸ਼ਾਨ ਉਸੇ ਤਰ੍ਹਾਂ ਬਰਕਰਾਰ ਰਹੇ। ਮੇਰਾ ਬੇਟਾ, ਮੇਰੇ ਬੱਚੇ, ਮੇਰੀਆਂ ਬੇਟੀਆਂ ਵੀ ਹੋਣਗੀਆਂ, ਇਹ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਕਿੰਨਾ ਇਹ ਸਿਰ ਉੱਚਾ ਕਰਕੇ ਜੀ ਰਿਹਾ ਤੇ ਹੋਰ ਔਰਤਾਂ ਵਾਸਤੇ ਕਿੰਨਾ ਵਧੀਆ ਅੱਗੋਂ ਜਿਹੜਾ ਉਹ ਰੱਖ ਰਹੇ ਆ, ਹੈ ਨਾ ਜੀ, ਕਿ ਕਿਸ ਤਰ੍ਹਾਂ ਲਾਈਫ ਜੀ ਰਹੀ ਆ ਤੁਸੀਂ। ਤੇ ਦੂਸਰਾ ਜਿਹੜਾ ਇਹਨਾਂ ਨੇ ਕਿਹਾ, ਹਰ ਔਰਤ ਦਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ, ਇਹ ਵੀ ਦੂਜਾ ਖਸਮ। ਵਾਕਿਆ ਹੀ ਸਿਆਣੇ ਇਹੋ ਹੀ ਕਹਿੰਦੇ ਆ ਹਮੇਸ਼ਾ ਜੀ, ਹੈ ਨਾ। ਤੇ ਸਾਨੂੰ ਇੰਨਾ ਕੁ ਕੁਛ ਕਰਦੇ ਰਹਿਣਾ ਚਾਹੀਦਾ। ਬਾਕੀ ਜਿਹੜੇ ਨਹੀਂ ਫਾਈਨੈਂਸ਼ਲੀ ਸਾਊਂਡ, ਉਹ ਆਪਣੇ ਘਰ ਵਿੱਚ ਹੀ ਇਸ ਤਰ੍ਹਾਂ ਦਾ ਮਾਹੌਲ ਉਹ ਲੇਡੀਜ਼ ਕਰ ਸਕਦੀਆਂ, ਆਪਣੇ ਬੱਚਿਆਂ ਨਾਲ ਪਿਆਰ, ਸੇਵਾ, ਕਿ ਬੱਚੇ ਤੁਹਾਡੇ ਪਾਪਾ ਦੇ ਜਾਣ ਤੋਂ ਬਾਅਦ ਉਹ ਮਹਿਸੂਸ ਕਰਨ ਕਿ ਸਾਡੀ ਮੰਮੀ ਤਾਂ ਮਤਲਬ ਸਾਡੇ ਵਾਸਤੇ ਸਭ ਕੁਛ ਹੈ। ਇਹ ਸਾਨੂੰ ਰੋਟੀ ਤੋਂ ਮਹਿੰਗੀ ਨਹੀਂ ਆ, ਇਹ ਫਾਈਨੈਂਸ਼ਲੀ ਉਹ ਇੰਨੀ ਫ੍ਰੀ ਹੋਵੇ, ਉਹਦੀ ਇੰਨਾ ਸਤਿਕਾਰ ਹੋਵੇ। ਬਸ ਮੇਰਾ ਤੇ ਇਹਨਾਂ ਨੂੰ ਸਲੂਟ ਹੈ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵੰਤ ਜੀ। ਹਾਂਜੀ ਨੈਕਸਟ ਲਿਸਨਰ ਸਾਡੇ। ਹੈਲੋ ਹਾਂਜੀ, ਤੁਸੀਂ ਔਨ 에ਅਰ ਹੋ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਰਾਡਮੈਨ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਬਰਾਡਮੈਨ ਦਾ ਫੁੱਲ ਨੇਮ ਜਾਣਨਾ ਚਾਹਣਾ ਪਲੀਜ਼। ਮੈਂ ਮਿਸ ਕਰ ਗਿਆ ਥੋੜੀ। ਬਲਵਿੰਦਰ ਕੌਰ ਬਰਾੜ। ਬਲਵਿੰਦਰ ਕੌਰ ਬਰਾੜ, ਗ੍ਰੇਟ। ਮੈਮ ਸਭ ਤੋਂ ਪਹਿਲਾਂ ਆਈ ਪੁੱਟ ਮਾਈ ਨੇਮ ਅਨੋਨੀਮਸ ਬਿਕਾਜ਼ ਮੈਂ ਆਪਣੇ ਆਪ ਨੂੰ ਕੋਈ ਨਾਮ ਲੈ ਕੇ ਨਹੀਂ ਦਰਸਾਉਣਾ ਚਾਹੁੰਦਾ। ਬਸ ਮੈਂ ਤੁਸੀਂ ਬੋਲ ਰਹੇ ਹੋ ਤੇ ਅਸੀਂ ਸੁਣ ਰਹੇ ਹਾਂ। ਐਂਡ ਇੰਨੀ ਕੁ ਠੰਡ ਪਹੁੰਚੀ ਤੁਹਾਡੀਆਂ ਗੱਲਾਂ ਸੁਣ ਕੇ ਬਰਾੜ ਮੈਮ, ਕਿ ਇਹ ਲੱਗਦਾ ਵੀ ਜਿਵੇਂ ਨਾ ਤੱਤੇ ਤਵੇ ਦੇ ਉੱਤੇ ਨਾ ਚਾਰ
ਬੂੰਦਾਂ ਪਾਣੀ ਦੀਆਂ ਸੱਟਦੀ ਆਪਣਾ ਅਤੀਤ ਖਤਮ ਕਰ ਜਾਂਦੀਆਂ, ਲੇਕਿਨ ਉਹਨੂੰ ਕੁਝ ਦੇਰ ਲਈ ਠੰਡਿਆ ਕਰ ਜਾਂਦੀਆਂ ਹਨਾ। ਥੈਂਕ ਯੂ। ਸੋ ਤੁਸੀਂ ਇੰਨੀ ਗੂੜੀ ਤੇ ਇੰਨੀ ਤੁਹਾਡੀ ਬੰਦਾ ਜਦੋਂ ਬੋਲਦਾ ਨਾ, ਅਸਲ 'ਚ ਉਸਦੀ ਰੂਹ ਬੋਲਦੀ ਆ। ਬੰਦਾ ਜਦ ਵੀ ਕਦੇ ਕੋਈ ਗੱਲ ਕਰਦਾ, ਉਸਦੀ ਰੂਹ ਬੋਲਦੀ ਆ, ਉਸ 'ਚ ਇੱਕ ਪਰਮਾਤਮਾ ਬੋਲ ਰਿਹਾ ਹੁੰਦਾ, ਅਦਰਵਾਈਜ਼ ਸਰੀਰ ਦਾ ਕੋਈ ਮੁੱਲ ਨਹੀਂ ਹੁੰਦਾ, ਰਾਈਟ। ਸੋ ਜਿਹੜੀ ਤੁਸੀਂ ਗੱਲ ਕਹੀ ਕਿ ਮੈਨੂੰ ਕਦੇ ਜ਼ਰੂਰਤ ਹੀ ਨਹੀਂ ਪਈ ਇੱਕ ਤੁਹਾਡੇ ਹਸਬੈਂਡ ਜਾਣ ਤੋਂ ਬਾਅਦ, ਬਹੁਤ ਸੌਖੀ ਕਹਿ ਦੇਣੀ ਹੈ ਗੱਲ, ਲੇਕਿਨ ਇਸ ਤਪ ਨੂੰ ਹੰਡਾਉਣਾ ਹਨਾ, ਇੱਕ ਹੁੰਦਾ ਸਤੀ ਹੋ ਜਾਣਾ ਕੁਝ ਪਲਾਂ ਲਈ ਤੇ ਚਲੇ ਜਾਣਾ, ਇੱਕ ਹੁੰਦਾ ਪੂਰੀ ਉਮਰ ਲਈ ਸਤੀ ਹੋ ਜਾਣਾ। ਸੋ ਤੁਸੀਂ ਪੂਰੀ ਉਮਰ ਇਹ ਜਿਹੜਾ ਤਪ ਹੰਡਾਇਆ, ਉਹ ਅੱਜ ਤੁਹਾਡੇ ਸੋਚ ਦੇ ਵਿੱਚ, ਤੁਹਾਡੇ ਵਿਚਾਰਾਂ ਦੇ ਵਿੱਚ, ਤੇ ਮੇਰੇ ਖਿਆਲ ਨਾਲ ਯੂ ਨਾਟ ਬੀਇੰਗ ਅ ਮਦਰ ਫॉर ਯੂਰ ਓਨ ਚਿਲਡਰਨ, ਤੁਸੀਂ ਇੱਕ ਯੂਨੀਵਰਸਲ, ਜਿੰਨੇ ਵੀ ਲੋਕ ਤੁਹਾਡੇ ਛਾਂ ਦੇ ਹੇਠ ਆਏ, ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਐਜ਼ ਏ ਮਦਰ, ਐਜ਼ ਏ ਸਿਸਟਰ, ਤੁਸੀਂ ਉਹਨਾਂ ਦੇ ਉੱਤੇ ਹੱਥ ਰੱਖਿਆ ਹੋਵੇਗਾ। ਤੇ ਬੜੀ ਠੰਡ ਪਹੁੰਚੀ ਤੁਹਾਡੀਆਂ ਗੱਲਾਂ ਸੁਣ ਕੇ। ਐਂਡ ਅੱਜ ਦੇ ਮਾਹੌਲ ਦੇ ਹਿਸਾਬ ਨਾਲ, ਜਿੱਥੇ ਲੋਕਾਂ ਨੇ ਸਿਰਫ ਇੱਕ ਹੀ ਫੀਤਾ ਚੱਕਿਆ ਹੋਇਆ ਕਿ ਹਰ ਕੋਈ ਕਿਸੇ ਦਾ, ਤੁਸੀਂ ਕਹੋ ਵੀ ਕਿਸੇ ਨੂੰ ਵੀ ਜਦੋਂ ਮਾਪਦਾ, ਉਸਨੂੰ ਫਾਈਨੈਂਸ਼ੀਅਲੀ ਹੀ ਮਾਪਣ ਦੀ ਕੋਸ਼ਿਸ਼ ਕਰ ਰਿਹਾ ਮਾਹੌਲ ਚੱਲ ਰਿਹਾ ਜੋ। ਸੋ ਇਸ ਮਾਹੌਲ ਦੇ ਵਿੱਚ ਵੀ ਅਗਰ ਇਹ ਸੋਚ ਪਨਪ ਰਹੀ ਆ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੀ ਪੰਜਾਬੀਅਤ ਦਾ ਜਾਂ ਜਿਹੜਾ ਸਾਡੇ ਬਜ਼ੁਰਗਾਂ ਨੇ ਕੋਈ ਸਾਡੇ ਲਈ, ਤੁਸੀਂ ਕਹੋ ਵੀ ਸਾਡੇ ਹੈਰੀਟੇਜ ਦਾ ਹਜੇ ਵੀ ਮਰਿਆ ਨਹੀਂ ਆ। ਤੁਹਾਡੇ ਵਰਗੀਆਂ ਮਾਵਾਂ ਅਜੇ ਵੀ ਜਿਉਂਦੀਆਂ ਨੇ, ਜਿਹੜੀਆਂ ਉਹ ਦੀਵੇ ਬਾਲ ਕੇ ਜਾਣਗੀਆਂ, ਤੇ ਉਹ ਦੀਵੇ ਹਮੇਸ਼ਾ ਜਗਦੇ ਰਹਿਣਗੇ। ਥੈਂਕ ਯੂ ਸੋ ਮਚ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਸਾਡੇ ਅਨੋਨਿਮਸ ਕਾਲਰ ਸਨ, ਆਪਣਾ ਨਾਂ ਨਹੀਂ ਇਹਨਾਂ ਨੇ ਦੱਸਿਆ। ਅਗਲੇ ਲਿਸਨਰ ਸਾਡੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ ਕੋਲ ਤਾਂ ਕੋਈ ਸ਼ਬਦ ਨਹੀਂ, ਨਾ ਮੈਨੂੰ ਇੰਨਾ ਕੋਈ ਗਿਆਨ ਹੈ। ਮੈਂ ਤਾਂ ਇਹਨਾਂ ਦੇ ਇੰਨੀ ਫੈਨ ਹੈ ਦਾ ਨਾ, ਮੈਂ ਅੱਗੇ ਹੋਰ ਰੇਡੀਓ ਤੇ ਆਉਂਦੇ ਆ, 2 ਸੈਕਿੰਡ ਮੇਰਾ ਜੀ ਕਰਦਾ ਹੁੰਦਾ ਇਹਨਾਂ ਨੂੰ ਸੁਣੀ ਜਾਵਾਂ। ਅੱਜ ਮੇਰੀ ਰੀਝ ਪੂਰੀ ਹੋਈ ਆ, ਰੱਜੀ ਆ। ਤੇ ਇਸ ਤਰ੍ਹਾਂ ਇਹਨਾਂ ਨੂੰ ਪ੍ਰੋਗਰਾਮ 'ਚ ਇੱਕ ਦਿਨ ਲਿਆਓ, ਘੰਟਾ ਜ਼ਰੂਰ ਕਰਿਆ ਕਰਨ ਗੱਲਾਂ। ਮੈਂ ਤਾਂ 2 ਘੰਟੇ ਦੇ ਦਿੱਤੇ ਜੀ, ਦੇਖ ਲਓ। ਨਹੀਂ, ਰੈਗੂਲਰਲੀ ਲਿਆਓ ਇਹਨਾਂ ਨੂੰ। ਠੀਕ ਹੈ ਜੀ, ਸ਼ੁਕਰੀਆ ਤੁਹਾਡਾ। ਹੋਰ ਕੁਝ ਕਹਿਣਾ ਚਾਹੁੰਦੇ ਹੋ? ਸਲੂਟ ਹੈ। ਤੇ ਇਹਨਾਂ ਨੂੰ ਮੈਂ ਬਸ ਕਿਤੇ ਮਿਲੂੰਗੀ ਕੈਲਗਰੀ ਜਾ ਕੇ। ਥੈਂਕ ਯੂ ਜੀ, ਜ਼ਰੂਰ ਆਇਓ, ਮੋਸਟ ਵੈਲਕਮ। ਫੋਨ ਨੰਬਰ ਲੈ ਲਿਓ ਇਹਨਾਂ ਤੋਂ। ਠੀਕ ਹੈ, ਓਕੇ ਜੀ, ਥੈਂਕ ਯੂ ਸੋ ਮਚ। ਲਓ ਜੀ, ਬਲਵਿੰਦਰ ਬਰਾੜ ਹੋਣਾ ਦੇ ਜਿਹੜੇ ਪ੍ਰਸ਼ੰਸਕ ਨੇ, ਮੈਂ ਇਹ ਨਹੀਂ ਕਹਿੰਦੀ ਕਿ ਇਹਨਾਂ ਦੇ ਸਟੂਡੈਂਟ ਜਾਂ ਇਹਨਾਂ ਦੇ ਕੋਈ ਜਿਹੜੇ ਪੁਰਾਣੇ ਵਾਕਫ ਲੋਕ ਨੇ ਉਹੀ ਇਹਨਾਂ ਦੇ ਪ੍ਰਸ਼ੰਸਕ ਨੇ। ਤੁਸੀਂ ਹੁਣੇ ਇਹ ਗੱਲ ਮਹਿਸੂਸ ਕੀਤੀ ਕਿ ਕਈ ਲੋਕਾਂ ਨੇ ਇਹਨਾਂ ਨੂੰ ਪਹਿਲੀ ਵਾਰੀ ਸੁਣਿਆ, ਪਹਿਲੀ ਵਾਰੀ ਸੁਣ ਕੇ ਇਹਨਾਂ ਨੇ ਇੰਨੀ ਆਪਣਤ ਮਹਿਸੂਸ ਕੀਤੀ ਹੈ। ਸੌਖਾ ਨਹੀਂ ਹੈ ਇਸ ਤਰ੍ਹਾਂ ਦੀ ਪਰਸਨੈਲਿਟੀ ਬਣ ਜਾਣਾ। ਮੈਂ ਇਹ ਵੀ ਜਾਣਨਾ ਚਾਹੁੰਦੀ ਹਾਂ ਬਲਵਿੰਦਰ ਜੀ ਕਿ ਤੁਹਾਡਾ ਸੁਭਾਅ ਬਚਪਨ ਤੋਂ ਹੀ ਇਸ ਤਰ੍ਹਾਂ ਦਾ ਸੀ, ਜਾਂ ਫਿਰ ਜਿਵੇਂ ਜਿਵੇਂ ਤੁਸੀਂ ਸੁਰਤ ਸੰਭਾਲਦੇ ਗਏ, ਜਿਹਨੂੰ ਮਿਲਾਪੜਾ ਵੀ ਕਹਿੰਦੇ ਆ, ਔਰ ਜ਼ਿਆਦਾ ਖੁੱਲ੍ਹ ਕੇ ਬੋਲਣਾ, ਆਪਣਾ ਆਪ ਐਕਸਪ੍ਰੈਸ ਕਰ ਦੇਣਾ, ਜਾਂ ਕੋਈ ਸਿਚੁਏਸ਼ਨਸ ਨੇ ਇਹੋ ਜਿਹਾ ਬਣਾ ਦਿੱਤਾ ਸੁਭਾਅ? ਸਿਚੁਏਸ਼ਨ ਨੇ ਬਣਾਇਆ ਨਵਜੋਤ। ਮੈਂ ਜਦੋਂ ਛੋਟੀ ਸੀ ਨਾ, ਸਾਡੇ ਘਰ ਦੇ ਵਿੱਚ ਕੁੜੀ ਮੁੰਡੇ 'ਚ ਬਹੁਤ ਫਰਕ ਸੀ। ਫਰਕ ਸੀ? ਬਹੁਤ ਜ਼ਿਆਦਾ ਫਰਕ ਸੀ। ਅੱਛਾ। ਮੇਰੇ ਵੀਰ ਨੂੰ ਤਾਂ ਪੜ੍ਹਨ ਵਾਸਤੇ ਕੈਨੇਡਾ ਭੇਜ ਦਿੱਤਾ ਗਿਆ। ਅੱਛਾ। ਮੈਨੂੰ BA 'ਚੋਂ ਹਟਾ ਕੇ ਵਿਆਹ ਰਹੇ ਸੀ। ਓ ਰੀਲੀ? ਹਾਂ। ਮੇਰੇ ਦਾਦੀ ਜੀ ਕਹਿੰਦੇ ਵੀ ਪੰਡਤ ਨੇ ਕਿਹਾ ਵੀ ਇਹ ਤਾਂ ਘਰ ਨੂੰ ਬਹੁਤ ਮਾੜੀ ਹੈ, ਫਟਾਫਟ ਵਿਆਹ ਦਿਓ। ਅੱਛਾ। ਮੈਂ ਹਾੜੇ ਕੱਢ ਕੇ ਕਿਹਾ ਵੀ ਮੈਨੂੰ ਥੋੜਾ ਜਿਹਾ ਪੜ੍ਹ ਲੈਣ ਦਿਓ। ਇੱਥੇ ਮੈਂ ਇੱਕ ਗੱਲ ਐਡ ਕਰਨੀ ਚਾਹੁੰਦੀ, ਮੈਨੂੰ ਚੇਤਾ ਆ ਗਿਆ। ਇੱਥੇ ਸਾਡੇ ਵੀ ਇੱਕ ਆਂਟੀ ਹੈਗੇ ਆ, ਹਰਬੰਸ ਕੌਰ ਉਹਨਾਂ ਦਾ ਨਾਂ ਆ, ਅਤੇ ਉਹਨਾਂ ਨੂੰ 4ਵੀਂ 5ਵੀਂ 'ਚੋਂ ਹਟਾ ਲਿਆ ਗਿਆ ਪੜ੍ਹਨ ਤੋਂ, ਕਿਉਂਕਿ ਪੰਡਤ ਨੇ ਹੱਥ ਦੇਖਿਆ, ਕਹਿੰਦੇ ਵੀ ਜੇ ਕੁੜੀ ਪੜ੍ਹ ਗਈ ਤਾਂ ਸਿਰ ਪਾੜੂ ਸਾਰਿਆਂ ਦੇ, ਹੈ ਨਾ। ਅੱਛਾ, ਉਹਨਾਂ ਨੇ ਪੜ੍ਹਨੋਂ ਹਟਾ ਲਿਆ। ਹੁਣ 4ਵੀਂ 5ਵੀਂ ਜਿਹੜਾ ਜਿੰਨਾ ਕੁ ਆਉਂਦਾ ਸੀਗਾ, ਉਹ ਹੁਣ 6-7 ਕਿਤਾਬਾਂ ਲਿਖ ਚੁੱਕੇ ਆ। ਹਾਂ, ਇਹ ਬਿਲਕੁਲ ਸੇਮ ਮੇਰੇ ਨਾਲ ਹੋਈ ਨਵਜੋਤ। ਮੈਂ 8ਵੀਂ 'ਚ ਪੜ੍ਹਦੀ ਸੀ ਜਦੋਂ ਪੰਡਤ ਨੇ ਹੱਥ ਦੇਖਿਆ, ਕਹਿੰਦਾ ਇਹਦੇ 10ਵੀਂ ਤੋਂ ਗਾ ਤਾਂ ਪੜ੍ਹਨਾ ਹੀ ਨਹੀਂ, ਲਾ ਲਓ ਜ਼ੋਰ। ਮੈਂ ਆਪਦੇ 5 ਭੈਣਾਂ ਭਰਾਵਾਂ ਤੋਂ ਸਭ ਤੋਂ ਜ਼ਿਆਦਾ ਪੜ੍ਹੀ ਹਾਂ। ਮੈਂ PhD ਕੀਤੀ ਆ, ਮੈਂ ਹੈੱਡ ਬਣੀ ਆ, ਮੈਂ ਇੰਨੀ ਜੌਬ ਕੀਤੀ ਆ, ਤੇ ਮੇਰਾ ਜੀ ਕਰਦਾ ਵੀ ਉਹ ਪੰਡਤ ਮੈਨੂੰ ਮਿਲੇ ਤਾਂ ਮੈਂ ਬੋਧੀ ਪੱਟ ਦੇਵਾਂ ਉਹਦੀ। ਜਦੋਂ ਔਰਤ ਲੇਖਕ ਬਣ ਜਾਂਦੀ ਹੈ, ਆਪਾਂ ਕਈ ਪੱਖਾਂ ਤੋਂ ਗੱਲਬਾਤ ਕੀਤੀ ਹੈਗੀ ਆ, ਉਹਦਾ ਲੇਖਕਾਂ ਦੇ ਦਰਮਿਆਨ, ਆਦਮੀ ਲੇਖਕਾਂ ਦੇ ਦਰਮਿਆਨ ਗੁਜ਼ਰਨਾ, ਸਾਹਿਤ ਸਭਾਵਾਂ ਦੇ ਵਿੱਚ ਗੁਜ਼ਰਨਾ, ਜਾਂ ਜਿਹੜੇ ਕਈ ਅਵਾਰਡ ਹੁੰਦੇ ਆ, ਇਨਾਮ ਹੁੰਦੇ ਆ, ਉਹਨਾਂ ਬਾਰੇ ਬਹੁਤ ਤਰ੍ਹਾਂ ਦੀ ਜਿਹੜੀ ਨੈਗੇਟਿਵ ਚਰਚਾ ਉਹ ਲਗਾਤਾਰ ਚੱਲਦੀ ਰਹਿੰਦੀ ਹੈ, ਅਤੇ ਔਰਤ ਨੂੰ ਜ਼ਿਆਦਾ ਇਸ ਚੀਜ਼ ਦਾ ਸ਼ਿਕਾਰ ਬਣਾਇਆ ਜਾਂਦਾ। ਮੈਂ ਪਿਛਲੇ ਦਿਨਾਂ ਦੇ ਦੌਰਾਨ ਕਈ ਇਹੋ ਜਿਹੀਆਂ ਗੱਲਾਂ ਬਾਤਾਂ ਸੁਣੀਆਂ। ਦੁੱਖ ਵੀ ਹੁੰਦਾ ਕਿ ਵੀ ਔਰਤ ਲੇਖਕਾਂ ਬਾਰੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਕੁਝ ਜੇ ਚੋਟੀ ਦੇ ਬੰਦੇ ਹੈ, ਜੇ ਉਹਨਾਂ ਦੇ ਨਾਲ ਉਹਦੀ ਦੋਸਤੀ ਹੈ, ਉਹਨੂੰ ਇੰਟਰਪ੍ਰੈਟ ਗਲਤ ਤਰੀਕੇ ਦੇ ਨਾਲ ਕੀਤਾ ਜਾਂਦਾ। ਐਂਡ ਬਹੁਤ ਜ਼ਿਆਦਾ ਗੱਲਾਂ ਵੀ ਉਸ ਸਰਕਲ ਦੇ ਵਿੱਚ ਹੀ ਹੁੰਦੀਆਂ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਲੇਖਕ ਦਿਖਾਉਂਦੇ ਹੈ। ਬੜੀ ਆਇਰਨੀ ਲੱਗਦੀ ਹੈ ਇਸ ਚੀਜ਼ ਦੀ ਕਿ ਵੀ ਇੱਕ ਪਾਸੇ ਤੁਸੀਂ
ਇੰਨਾ ਕੁਝ ਵਧੀਆ ਲਿਖ ਰਹੇ ਹੋ ਜਿਹੜਾ ਦੂਸਰਿਆਂ ਨੂੰ ਮੋਟੀਵੇਟ ਕਰ ਰਿਹਾ, ਇਨਸਪਾਇਰ ਕਰ ਰਿਹਾ, ਲੋਕਾਂ ਦੀਆਂ ਤੁਸੀਂ ਕਹਾਣੀਆਂ ਲਿਖ ਰਹੇ ਹੋ, ਕਵਿਤਾਵਾਂ ਲਿਖ ਰਹੇ ਹੋ, ਨਾਵਲ ਲਿਖ ਰਹੇ ਹੋ। ਦੂਜੇ ਪਾਸੇ ਉਹ ਜਿਹੜਾ ਮਾਈਂਡ ਸੈੱਟ ਆ ਉਹ ਆਪਣਾ ਹੀ ਨਹੀਂ ਤੁਹਾਡਾ ਬਦਲਿਆ। ਕਵਿੰਦਰ ਚਾਂਦ ਨੇ ਬੜਾ ਵਧੀਆ ਲਿਖਿਆ ਵੀ ਅੰਦਰੋਂ ਬੋਣੇ ਨੇ ਇਹ ਲੋਕ। ਗੱਲ ਇਹ ਹੈ ਵੀ ਮੈਂ ਤਾਂ ਕਦੇ ਸੋਚਿਆ ਨਹੀਂ ਕਿ ਜ਼ਮੀਰ ਦੀ ਪੌੜੀ ਉਤਰ ਕੇ ਕੋਈ ਚੀਜ਼ ਪ੍ਰਾਪਤ ਕੀਤੀ। ਕਾਹਦੀ ਕੀਤੀ ਫਿਰ ਉਹ? ਮੈਨੂੰ ਲੱਗਦਾ ਵੀ ਇਹੀ ਜੀ ਪ੍ਰਾਪਤੀ ਜਿਹੜੀ ਹੈ ਤੁਹਾਨੂੰ ਸਾਰੀ ਉਮਰ ਹੌਂਟ ਕਰਦੀ ਰਹੂਗੀ ਜੇ ਤੁਸੀਂ ਇਸ ਤਰ੍ਹਾਂ ਕੋਈ ਪ੍ਰਾਪਤੀ ਕਰੋਗੇ। ਪਰ ਇਹ ਤੇਰੀ ਗੱਲ ਬਿਲਕੁਲ ਠੀਕ ਹੈ ਕਿ ਕਈ ਲੋਕ ਪਰਤਾਂ 'ਚ ਜਿਉਂਦੇ ਨੇ ਤੇ ਲਿਖਦੇ ਕਿਸੇ ਹੋਰ ਤਰ੍ਹਾਂ ਨੇ। ਇਹ ਮੈਂ ਬਹੁਤ ਲੋਕਾਂ ਨੂੰ ਜਾਣਦੀ ਹਾਂ, ਮੈਂ ਨਾਮ ਨਹੀਂ ਲਊਂਗੀ, ਬਹੁਤ ਵੱਡੇ ਵੱਡੇ ਲੋਕਾਂ ਨੂੰ ਜਾਣਦੀ ਹਾਂ ਜਿਹੜੇ ਲਿਖਦੇ ਕੁਛ ਹੋਰ ਨੇ, ਜਿਉਂਦੇ ਕੁਛ ਹੋਰ ਨੇ। ਜਦੋਂ ਤੁਸੀਂ ਇਹਨਾਂ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਇਹਨਾਂ ਦਾ ਗੰਧਲਾਪਣ ਜਿਹੜਾ ਤੁਹਾਡੇ ਸਾਹਮਣੇ ਆ ਜਾਂਦਾ, ਫਿਰ ਤੁਹਾਨੂੰ ਲੱਗਦਾ ਹੁੰਦਾ ਵੀ ਨਹੀਂ, ਇਹ ਜਿਹੜੇ ਅੱਖਰਾਂ ਦੀ ਦੁਨੀਆ ਨਾ, ਇਹ ਲੋਕਾਂ ਨੂੰ ਤਾਂ ਇੰਸਪਾਇਰ ਕਰਦੀ ਹੈ ਪਰ ਇਹ ਆਪਣੇ ਆਪ ਇੰਸਪਾਇਰ ਨਹੀਂ ਹੁੰਦੇ ਉਹਦੇ ਤੋਂ। ਬੜੇ ਅਫਸੋਸ ਹੁੰਦਾ ਲੋਕਾਂ ਦੇ ਦਿਲ ਜਿਹੜਾ ਨਾ ਟੁੱਟ ਕੇ ਬਿਲਕੁਲ ਬਿਖਰ ਜਾਂਦਾ ਹੈ। ਫਿਰ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਵੀ ਜੋ ਲੇਖਕ ਲਿਖਦਾ ਆ ਉਹਦੀ ਜ਼ਿੰਦਗੀ ਦੇ ਵਿੱਚ ਉਸ ਤਰ੍ਹਾਂ ਦਾ ਕਿਰਦਾਰ ਉਹ ਝਲਕਣਾ ਚਾਹੀਦਾ ਹੈ? ਬਿਲਕੁਲ ਚਾਹੀਦਾ, ਬਿਲਕੁਲ ਚਾਹੀਦਾ। ਉਹ ਜਿਹੜਾ ਕੁਝ ਤੁਸੀਂ ਲਿਖਦੇ ਲੋਕਾਂ ਲਈ ਲਿਖਦੇ ਹੋ, ਇਹਦਾ ਮਤਲਬ ਆਪਣੇ ਆਪ ਲਈ ਨਹੀਂ ਲਿਖਦੇ। ਜੋ ਤੁਸੀਂ ਲਿਖ ਕੇ ਕਿਸੇ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ, ਜੇ ਤੁਸੀਂ ਖੁਦ ਨਹੀਂ ਜਿਉਂਦੇ ਫਿਰ ਤਾਂ ਉਹਦੇ 'ਚ ਉਹਦਾ ਫੋਕਾ ਹੋ ਗਿਆ ਸਾਰਾ ਕੁਛ। ਮੇਰਾ ਖਿਆਲ ਹੈ ਕਿ ਜੋ ਕੁਛ ਅਸੀਂ ਕਹਿੰਦੇ ਹਾਂ, ਬੋਲਦੇ ਹਾਂ, ਕਰਦੇ ਹਾਂ, ਉਹਦੇ ਵਿੱਚ ਕੋਈ, ਮੈਨੂੰ ਐਂ ਦੱਸੋ, ਜਿਹੜੇ ਲੋਕ ਮਹਾਨ ਹੋਏ ਨੇ ਉਹਨਾਂ ਦੀ ਕਥਨੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ। ਸਹੀ ਹੈ, ਉਹ ਤਾਂ ਹੀ ਮਹਾਨ ਹੋਏ ਨੇ। ਅਸੀਂ ਤਾਂ ਦੁਨੀਆਦਾਰੀ ਹੈ, ਮੰਡੀਕਰਨ ਹੈ, ਪੈਸਾ ਹੈ, ਮਟੀਰੀਅਲਿਸਟਿਕ ਵਰਲਡ ਹੈ, ਆਹ ਚੀਜ਼ ਲੈ ਲਓ, ਉਹ ਲੈ ਲਓ, ਇਹਦਾ ਕੋਈ ਨੈਵਰ ਐਂਡਿੰਗ ਐਂਡ। ਇਹ ਦੁਨੀਆ ਬੜੀ ਦੂਰ ਤੱਕ ਹੈ। ਮੇਰਾ ਖਿਆਲ ਹੈ ਸੈਟਿਸਫੈਕਸ਼ਨ ਤਾਂ 5000 ਤੇ ਵੀ ਹੋ ਸਕਦੀ ਹੈ, 50000 ਤੇ ਵੀ ਨਹੀਂ ਹੁੰਦੀ ਜੀ। ਇਹ ਤਾਂ ਆਪਾਂ ਨੂੰ ਸੋਚਣਾ ਪਊਗਾ। ਲਿਮਿਟ, ਦੇयर ਸ਼ੁੱਡ ਬੀ ਸਮ ਲਿਮਿਟ ਹਰ ਚੀਜ਼ ਦੀ। ਉਹ ਕਹਿੰਦੇ ਨਾ ਜਿਹੜੇ ਰਿਲੇਸ਼ਨਸ ਹੁੰਦੇ ਨੇ ਨਾ, ਜੇ ਤਾਂ ਇਹਨਾਂ ਨੂੰ ਘੁੱਟ ਕੇ ਫੜ ਲਓ, ਇਹ ਪੰਛੀਆਂ ਵਾਂਗੂ ਹੁੰਦੇ ਨੇ, ਨਾਜ਼ੁਕ ਪੰਛੀਆਂ ਵਾਂਗੂ। ਜੇ ਤਾਂ ਘੁੱਟ ਕੇ ਫੜ ਲਓਗੇ ਤਾਂ ਮਰ ਜਾਣਗੇ, ਜੇ ਬਾਲਾ ਖੁੱਲਾ ਛੱਡ ਦੋਗੇ ਤਾਂ ਉੱਡ ਜਾਣਗੇ। ਸਹੀ ਹੈ। ਇਸ ਕਰਕੇ ਵਿੱਚ ਵਿਚਾਲਾ ਜਿਹਾ ਜ਼ਿਆਦਾ ਠੀਕ ਰਹਿੰਦਾ। ਪਿਛਲੇ ਸਮੇਂ ਦੇ ਦੌਰਾਨ ਕੀ ਕੁਝ ਲਿਖਿਆ? ਮਨ ਦਾ ਕੋਨਾ ਲਿਖਿਆ ਜੀ। ਇਸ ਤੋਂ ਪਹਿਲਾਂ ਮੈਂ ਅੰਗੂਠੇ ਦਾ ਨਿਸ਼ਾਨ ਨਾਵਲ ਲਿਖਿਆ ਜਿਹੜਾ ਕੈਨੇਡੀਅਨ ਲਾਈਫ ਬਾਰੇ ਹੈ। ਅੱਛਾ। ਮਨ ਦਾ ਕੋਨਾ ਮੇਰੀ ਜ਼ਿੰਦਗੀ ਦੀਆਂ ਉਹ ਕਾਤਰਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਜਿਹੜੀਆਂ ਮੈਂ ਜਿਉਈਆਂ ਨੇ। ਤੇ ਮੈਂ ਜ਼ਰੂਰ ਬੇਨਤੀ ਕਰੂੰਗੀ ਕਿ ਜੇ ਤੁਸੀਂ ਇਹ ਪੜ੍ਹ ਕੇ ਮੈਨੂੰ ਇਹਦੇ ਬਾਰੇ ਕੁਝ ਦੱਸ ਸਕੋ ਤਾਂ ਮੈਂ ਹੋਰ ਵੀ ਵਧੀਆ ਲਿਖਾਂ। ਮਨ ਦਾ ਕੋਨਾ ਜਿਹੜਾ ਆ ਇਹ ਤੁਸੀਂ ਇਹ ਕਹਿ ਰਹੇ ਹੋ ਕਿ ਸਵੈਜੀਵਨੀ ਟਾਈਪ ਸਵੈਜੀਵਨੀ ਹੈ। ਓਕੇ, ਵੈਰੀ ਇੰਟਰਸਟਿੰਗ। ਤੇ ਜਿਹੜਾ ਨਾਵਲ ਹੈ ਉਹ ਪਬਲਿਸ਼ ਹੋ ਗਿਆ? ਹਾਂਜੀ, ਪਿਛਲੇ 16 ਨੂੰ ਤਾਂ ਮੈਂ ਰਿਲੀਜ਼ ਕਰਤਾ ਸੀ। ਮੇਰੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਸਰੀ ਦੇ ਵਿੱਚ ਮੇਰੀ ਕਿਤਾਬ ਮਨ ਦਾ ਕੋਨਾ ਕਵਿੰਦਰ ਚਾਂਦ ਉਹਨਾਂ ਦੇ ਐਫਰਟਸ ਨਾਲ ਸਿਰਫ 5 ਕਿਤਾਬਾਂ ਆਈਆਂ ਸੀ, ਉਹਨਾਂ ਨੇ ਇੱਥੇ ਰਿਲੀਜ਼ ਕੀਤਾ। ਹਾਲੇ ਕੈਲਗਰੀ ਹੋਣਾ ਹੈ ਕਿਉਂਕਿ ਕੋਵਿਡ ਕਰਕੇ ਅਸੀਂ ਇਕੱਠੇ ਨਹੀਂ ਹੋ ਸਕੇ। ਜਾਂਦੇ ਜਾਂਦੇ ਇੱਕ ਗੱਲ ਹੋਰ ਦੱਸ ਕੇ ਜਾਓ। ਇੰਨੇ ਸਾਲਾਂ ਦਾ ਤੁਹਾਡਾ ਜਿਹੜਾ ਤਜਰਬਾ ਹੈ, ਤੁਸੀਂ ਵੱਖ-ਵੱਖ ਜਿਹੜੇ ਪੜਾਅ ਆ ਉਹ ਜ਼ਿੰਦਗੀ ਦੇ ਦੇਖੇ ਆ, ਵੱਖ-ਵੱਖ ਐਂਗਲਸ ਤੋਂ ਦੇਖੇ ਆ, ਇੰਡੀਆ ਦੇ ਵਿੱਚ ਜ਼ਿੰਦਗੀ ਜੀਵੀ ਆ, ਤੁਸੀਂ ਇੱਥੇ ਵੀ ਰਹਿ ਰਹੇ ਹੋ। ਔਰਤ ਦੇ ਕਿਹੜੇ ਇਸ਼ੂਜ਼ ਨੇ ਜਿਨ੍ਹਾਂ 'ਤੇ ਹਾਲੇ ਬਹੁਤ ਕੰਮ ਹੋਣਾ ਬਾਕੀ ਹੈ? ਕੋਈ ਔਰਤ ਦੀ ਹਾਲਤ ਦੇ ਵਿੱਚ ਫਰਕ ਵੀ ਪਿਆ ਜਦੋਂ ਤੋਂ ਤੁਸੀਂ ਅਵੇਅਰ ਹੋ ਕੇ ਦੇਖਣਾ ਸ਼ੁਰੂ ਕੀਤਾ ਸਾਰਾ ਕੁਝ? ਬਹੁਤ ਇਸ਼ੂਜ਼ ਨੇ ਜਿਹੜੇ ਹਾਲੇ ਅਣਗੌਲੇ ਪਏ ਨੇ। ਦਲੀਪ ਕੌਰ ਟਵਾਣਾ ਨੇ ਇੱਕ ਵਾਰੀ ਗੱਲ ਕਹੀ ਸੀ ਕਿ ਮਰਦ ਨੇ ਔਰਤ ਨਾਲ ਜਾਗਣਾ ਨਹੀਂ ਸਿੱਖਿਆ, ਸੌਣਾ ਹੀ ਸਿੱਖਿਆ। ਵਾਹ। ਤੇ ਮੈਨੂੰ ਲੱਗਦਾ ਉਹਨੂੰ ਜਾਗਣ ਲਾਉਣ ਵਾਸਤੇ ਸਾਨੂੰ ਖੁਦ ਜਾਗਣਾ ਪਊਗਾ। ਜਾਗਰਤੀ ਸਾਨੂੰ ਆਪਣੇ 'ਚ ਲਿਆਉਣੀ ਪਊਗੀ। ਉਹਦੇ ਅੰਦਰ ਸਾਡੇ ਗੁਣ ਤਾਂ ਹੀ ਅਸੀਂ ਬੀਜ ਸਕਾਂਗੇ ਜੇ ਅਸੀਂ ਦੱਸ ਸਕੀਏ ਕਿ ਅਸੀਂ ਤੁਹਾਡੇ ਨਾਲੋਂ ਅੱਗੇ ਹਾਂ, ਪਿੱਛੇ ਨਹੀਂ। ਸੋ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਬਹੁਤ ਕੁਝ ਬਾਕੀ ਹੈ, ਬਹੁਤ ਕੁਝ ਬਾਕੀ ਹੈ। ਹੋਰ ਕੀ ਕੁਝ ਲਿਖਣ ਦੀ ਸੋਚ ਰਹੇ ਹੋ ਆਉਂਦੇ ਸਮੇਂ 'ਚ? ਡਿਪੈਂਡ ਕਰਦਾ ਹੁੰਦਾ। ਕਈ ਵਾਰੀ ਤਾਂ ਨਵਜੋਤ ਕਿਸੇ ਦੀ ਕੈਰੀ ਅੱਖ ਵੀ ਤੁਹਾਨੂੰ ਲਿਖਣ ਲਾ ਦਿੰਦੀ ਹੈ। ਕਈ ਵਾਰੀ ਵੱਡੀਆਂ ਵੱਡੀਆਂ ਗੱਲਾਂ ਚੱਲ ਹੋਊ ਕਰ ਦਈਦੀਆਂ ਨੇ। ਇਹ ਡਿਪੈਂਡ ਕਰਦਾ ਕਿ ਮੈਨੂੰ ਬਾਹਰ ਨਿਕਲਦੀ ਨੂੰ ਕੋਈ ਇਹੋ ਜਿਹਾ ਬੰਦਾ ਮਿਲ ਜਾਵੇ ਜਿਹਦੇ ਮੇਰਾ ਜੀ ਕਰੇ ਵੀ ਹਾਂ ਇਹਦੇ 'ਤੇ ਕੁਝ ਲਿਖਣਾ ਚਾਹੀਦਾ। ਅੱਛਾ। ਇਸ ਤਰ੍ਹਾਂ ਕਈ ਪਲ ਹੁੰਦੇ ਨੇ ਜਿਹੜੇ ਤੁਹਾਡੇ ਅੰਦਰ ਫਰੀਜ਼ ਹੋ ਜਾਂਦੇ ਨੇ, ਤੁਹਾਡਾ ਜੀ ਕਰਦਾ ਕਿ। ਆਮ ਕਰਕੇ ਕਿਹੜੇ ਸਮੇਂ ਲਿਖਦੇ ਹੋ? ਸਵੇਰ ਨੂੰ ਲਿਖਦੇ ਹੋ, ਰਾਤ ਨੂੰ ਲਿਖਦੇ ਹੋ, ਅਰਲੀ ਮਾਰਨਿੰਗ? ਮੈਂ ਹਮੇਸ਼ਾ, ਚਾਹੇ ਰਾਤ ਦੇ 1 ਵਜਣ, ਅੱਜ ਕੱਲ੍ਹ ਮੈਂ ਇੱਥੇ ਆਈ ਹੋਈ ਹਾਂ, ਰਾਤ ਦੇ 1 ਵਜੇ ਤੱਕ ਵੀ ਗੱਲਾਂ ਮਾਰਦੇ ਰਹਿੰਦੇ। ਮੈਂ 5 ਵਜੇ ਉੱਠ ਜਾਣਾ ਹੈ। ਅੱਛਾ। 5 ਵਜੇ ਉੱਠ ਕੇ ਜਦੋਂ ਅਸਮਾਨ ਦੇ ਵਿੱਚ ਸੰਧੂਰੀ ਰੰਗ ਫੈਲ ਰਿਹਾ ਹੁੰਦਾ ਨਾ, ਤਾਂ ਮੇਰੇ ਅੱਖਰ ਕਾਗਜ਼ਾਂ 'ਤੇ ਸਰਕਣ ਲੱਗ ਜਾਂਦੇ ਨੇ।
ਤੇ ਮੇਰੀ ਗੱਲ ਸੁਣੋ, ਫਿਰ ਹੋਰ ਜਿਹੜੇ ਕੰਮ ਕਰ ਕਈ ਲੋਕ ਅਰਲੀ ਮਾਰਨਿੰਗ ਉੱਠ ਕੇ ਕਰਦੇ ਆ, ਉਹ ਤੁਸੀਂ ਨਹੀਂ ਕਰਦੇ? ਉਹ ਕਿਹੜੇ ਨੇ? ਉਹ ਜੀ ਪਾਠ ਪੂਜਾ ਹੋਰ ਜਾਂ ਐਕਸਰਸਾਈਜ਼ ਮੈਂ ਜਾਂ ਰੱਬ ਦਾ ਲੰਬਾ ਵੀ ਲਾਉਣੀ ਆ ਮੇਰੇ ਗੁਜ਼ਾਰੇ ਜੋਗਾ। ਮੈਂ ਇਹ ਨਹੀਂ ਕਹਿੰਦੀ ਕਿ ਮੈਂ ਹਮੇਸ਼ਾ ਪਾਠ ਕਰਦੀ ਰਹਿੰਦੀ, ਪਰ ਮੈਂ ਕਰਦੀ ਆ। ਅੱਛਾ, ਰੈਗੂਲਰ ਉਹਨਾਂ ਕੁ ਮੈਂ ਮੈਨੂੰ ਮਤਲਬ ਵੀ ਰੱਬ ਮੈਨੂੰ ਇੰਨੇ ਕੁ ਤੱਕ ਰੱਖ ਚੱਲ ਬਹੁਤ ਹੈ। ਓਕੇ ਓਕੇ। ਤੇ ਮੈਨੂੰ ਲੱਗਦਾ ਵੀ ਰੱਬ ਹਾਜ਼ਰੀ ਤਾਂ ਕਿਉਂਕਿ ਉਹ ਸਵੇਰ ਦਾ ਸਮਾਂ ਇਹੋ ਜਿਹਾ ਹੁੰਦਾ, ਉਸ ਵੇਲੇ ਸਭ ਕੁਝ ਕਰਨ ਨੂੰ ਜੀ ਕਰ ਰਿਹਾ, ਬਹੁਤ ਕੁਝ ਕਰਨ ਨੂੰ ਜੀ ਕਰਦਾ, ਬਹੁਤ ਕੁਝ ਕਰਨ ਨੂੰ ਜੀ ਕਰਦਾ। ਕਨਫਿਊਜ਼ਨ ਹੋ ਜਾਂਦੀ ਹੈ ਕਿ ਵੀ ਬਈ ਕੀ ਚੂਜ਼ ਕੀਤਾ ਜਾਵੇ ਉਸ ਵੇਲੇ। ਹਾਂ ਬਿਲਕੁਲ, ਪਰ ਪੜਿਆ ਉਦੋਂ ਹੀ ਜਾਂਦਾ ਮੈਨੂੰ, ਪਰ ਬਹੁਤ ਕ੍ਰੀਏਟਿਵ ਪਲ ਹੁੰਦੇ ਆ, ਬਹੁਤ ਕ੍ਰੀਏਟਿਵ ਹੁੰਦੇ ਆ। ਉਹ ਇੰਨਾ ਖੂਬਸੂਰਤ ਸਮਾਂ ਹੁੰਦਾ ਨਾ, ਸਾਰੀ ਦੁਨੀਆ ਸੁੱਤੀ ਪਈ ਹੁੰਦੀ ਹੈ ਤੇ ਮੈਨੂੰ ਲੱਗਦਾ ਹੁੰਦਾ ਆਪਾਂ ਸਾਰੀ ਦੁਨੀਆ ਨੂੰ ਪਛਾੜ ਰਹੇ ਹਾਂ, ਇਸ ਵੇਲੇ ਅੱਗੇ ਲੰਘ ਰਹੇ ਹਾਂ ਕਿਉਂਕਿ ਅਸੀਂ ਕੁਝ ਕਰ ਰਹੇ ਹਾਂ। ਅੱਛਾ, ਇੱਕ ਹੋਰ ਗੱਲ ਦੱਸਿਓ, ਮੈਂ ਅਕਸਰ ਨਾ ਸਤਿੰਦਰ ਸਰਤਾਜ ਦਾ ਗੀਤ ਹੁੰਦਾ, ਉਹ ਚੱਲਦਾ, ਮੈਂ ਗੁਰਮੁਖੀ ਦਾ ਬੇਟਾ, ਤੁਸੀਂ ਵੀ ਸੁਣਿਆ, ਮੈਨੂੰ ਤੋਰਦੇ ਨੇ ਅੱਖਰ, ਹੈ ਨਾ? ਤੇ ਇਹ ਹਾਲੇ ਤੱਕ ਕਿਸੇ ਔਰਤ ਨੇ, ਕੁੜੀ ਨੇ ਕਦੇ ਨਹੀਂ ਕਦੇ ਇਸ ਤਰ੍ਹਾਂ ਦਾ ਆਪਣੀ ਲੈਂਗੁਏਜ ਬਾਰੇ, ਆਪਣੀ ਭਾਸ਼ਾ ਬਾਰੇ, ਨਾ ਕੋਈ ਗੀਤ, ਨਾ ਕੋਈ ਗਜ਼ਲ, ਨਾ ਕੋਈ। ਨਹੀਂ, ਤੁਹਾਡੇ ਕੋਲ ਇੱਥੇ ਗੁਰਮਿੰਦਰ ਸਿੱਧੂ ਨੇ, ਮੈਂ ਬਹੁਤ ਘੱਟ ਦੇਖਿਆ ਸੁਣਿਆ। ਗੁਰਮਿੰਦਰ ਸਿੱਧੂ ਬਹੁਤ ਵਧੀਆ ਲਿਖਦੇ ਨੇ। ਗੁਰਮੁਖੀ ਦੀ ਬੇਟੀ ਨਹੀਂ ਮੈਨੂੰ ਕੋਈ ਨਜ਼ਰ ਆਈ ਹੈ। ਨਹੀਂ, ਤੁਸੀਂ ਗੁਰਮਿੰਦਰ ਸਿੱਧੂ ਨੂੰ ਲੈ ਕੇ ਆਓ ਇੱਥੇ। ਓਕੇ। ਉਹ ਉਹਨਾਂ ਨੂੰ ਸਗੋਂ ਦੀ ਤੁਸੀਂ ਵਾਹਵਾ ਮੈਨੂੰ ਯਾਦ ਕਰਾਤਾ, ਮੈਂ ਉਹਨਾਂ ਨੂੰ ਮਿਲਣਾ ਵੀ ਹੈ। ਤੇ ਉਹ ਬਹੁਤ ਖੂਬਸੂਰਤ ਲਿਖਦੇ ਨੇ ਪੰਜਾਬੀ ਭਾਸ਼ਾ ਬਾਰੇ। ਤੁਸੀਂ ਦੇਖੋ MBBS ਡਾਕਟਰ ਨੇ ਉਹ, ਤੇ ਉਹ ਸਰੀ ਦੇ ਵਿੱਚ ਨੇ, ਤੁਸੀਂ ਉਹਨਾਂ ਨਾਲ ਕੰਟੈਕਟ ਜ਼ਰੂਰ ਕਰਿਓ। ਜ਼ਰੂਰ। ਮੈਨੂੰ ਇਹ ਸਟੇਜ ਤੇ ਜਾ ਕੇ ਪਤਾ ਲੱਗਿਆ ਜਦੋਂ ਅਸੀਂ ਦੋਨੋਂ ਜਣੀਆਂ ਪ੍ਰੈਜ਼ਾਈਡ ਓਵਰ ਕਰ ਰਹੀਆਂ ਸੀ ਕੋਈ ਫੰਕਸ਼ਨ। ਅੱਛਾ। ਉੱਥੇ ਜਦੋਂ ਸਟੇਜ ਸੈਕਟਰੀ ਨੇ ਬੋਲਿਆ ਕਿ ਇਹ ਬੱਚਿਆਂ ਦੀ ਡਾਕਟਰ ਹੈ, ਫਿਰ ਮੈਨੂੰ ਹੁੱਜ ਮਾਰੀ ਵੀ ਮੈਂ ਤਾਂ ਸਾਨੂੰ ਕਿਤਾਬਾਂ ਦਾ ਹੀ ਡਾਕਟਰ ਸਮਝਦੀ ਸੀ ਆਪਦੇ ਵਾਂਗੂ। ਇਹ ਤਾਂ ਹੁਣ ਪਤਾ ਲੱਗਿਆ, ਪਰ ਬਹੁਤ ਖੂਬਸੂਰਤ ਲਿਖਦੀ ਹੈ। ਹਾਂ। ਕੋਈ ਜਿਹੜੀ ਇੱਛਾ ਲੱਗਦਾ ਕਿ ਜ਼ਿੰਦਗੀ 'ਚ ਜ਼ਰੂਰ ਪੂਰੀ ਕਰਨੀ ਹੈ, ਚਾਹੇ ਕਿਤੇ ਘੁੰਮਣ ਫਿਰਨ ਦੀ ਆ, ਕਿਸੇ ਪਰਸਨ ਨੂੰ ਮਿਲਣ ਦੀ ਹੈ, ਜਾਂ ਕੁਝ ਕਰਨ ਦੀ ਹੈ, ਜਿਹੜੀ ਲੱਗਦਾ ਕਿ ਨਹੀਂ ਹਾਲੇ ਤੱਕ ਕਰ ਨਹੀਂ ਸਕੀ, ਪਰ ਉਹ ਕੰਮ ਹੈ, ਉਹ ਕਰਨਾ ਜ਼ਰੂਰ ਹੈ? ਮੈਂ ਜਿਸ ਜ਼ਿੰਦਗੀ ਦੇ ਪੜਾਅ 'ਚੋਂ ਲੰਘ ਰਹੀ ਹਾਂ ਨਾ, ਬਹੁਤ ਇੱਛਾਵਾਂ ਅੱਠਰ ਜਾਂਦੀਆਂ ਨੇ ਇਸ ਉਮਰ 'ਚ। ਅੱਛਾ। ਤੇ ਪਰ ਪਹਿਲਾਂ ਮੈਨੂੰ ਫਿਰਨ ਤੁਰਨ ਦਾ ਬਹੁਤ ਜ਼ਿਆਦਾ ਸ਼ੌਕ ਸੀ। ਮੈਂ ਜਦੋਂ ਵੀ ਕੈਨੇਡਾ ਆਉਣਾ, ਅਮਰੀਕਾ ਆਉਣਾ, ਤਾਂ ਮੈਨੂੰ ਕਿਸੇ ਬੱਚੇ ਨੇ ਪੁੱਛਣਾ, ਸਟੂਡੈਂਟਸ ਕੋਲ ਹੀ ਜਾਂਦੀ ਹਾਂ ਮੈਂ ਬਹੁਤਾ ਕਰਕੇ। ਅੱਛਾ। ਤਾਂ ਮੈਨੂੰ ਬੱਚੇ ਨੇ ਪੁੱਛਣਾ ਵੀ ਮੈਡਮ ਤੁਹਾਨੂੰ ਕੀ ਚਾਹੀਦਾ, ਸਾਨੂੰ ਸਮਝ ਨਹੀਂ ਆਉਂਦੀ, ਨਾ ਤੁਸੀਂ ਗਹਿਣੇ ਗੱਟੇ ਪਾਉਂਦੇ ਹੋ, ਨਾ ਤੁਸੀਂ ਕੋਈ ਚੱਜ ਦੀ ਕੋਈ ਚੀਜ਼ ਇਹੀ ਜੀ ਜਿਹੜੀ ਕੁੜੀਆਂ ਦੀਆਂ ਇੱਛਾਵਾਂ ਹੁੰਦੀਆਂ ਨੇ। ਮੈਂ ਉਹਨੂੰ ਕਹਿੰਦੀ ਸੀ ਅਗਲੇ ਸ਼ਹਿਰ ਦੀ ਟਿਕਟ ਦੇ ਦੇ। ਅੱਛਾ। ਤੇ ਇਸ ਤਰ੍ਹਾਂ ਮੈਂ ਸਾਰਾ ਅਮਰੀਕਾ, ਸਾਰਾ ਕੈਨੇਡਾ, ਸਾਰਾ ਲੰਡਨ ਮੈਂ ਇਸ ਤਰ੍ਹਾਂ ਦੇਖਿਆ। ਵਾਹ। ਹਾਂ, ਬਹੁਤ ਵਧੀਆ, ਬਹੁਤ ਵਧੀਆ। ਅਖੀਰ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ? ਹੋਰ ਜੇ ਕੋਈ ਗੱਲਬਾਤ ਤੁਹਾਡੇ ਮਨ ਦੀ ਮੈਂ ਪੁੱਛ ਨਾ ਸਕੀ ਹੋਵਾਂ? ਹਾਂ, ਮੈਨੂੰ ਐਂ ਲੱਗਦਾ ਹੈ ਕਿ ਤੁਹਾਡੇ ਸੁਣਨ ਵਾਲੇ ਜਿਹੜੇ ਨੇ ਨਾ, ਉਹ ਕਈ ਵਾਰੀ ਇੰਨਾ ਇੰਸਪਾਇਰ ਕਰ ਦਿੰਦੇ ਨੇ, ਕੋਈ ਗੱਲ ਕਰ ਦਿੰਦੇ ਨੇ, ਮੈਂ ਉਹਨਾਂ ਨੂੰ ਸੁਣਦੀ ਹੁੰਦੀ ਹਾਂ। ਮਨਜੀਤ ਕੰਗ ਦਾ ਤਕਰੀਬਨ ਮੈਂ ਸਾਰਾ ਸੁਣਦੀ ਹੁੰਦੀ ਹਾਂ, ਤੁਹਾਨੂੰ ਸੁਣਦੀ ਹੁੰਦੀ ਹਾਂ, ਰੌਸ਼ਨੀ ਪ੍ਰੋਗਰਾਮ ਸੁਣਦੀ ਹਾਂ। ਤਾਂ ਮੈਨੂੰ ਲੱਗਦਾ ਹੁੰਦਾ ਕਿ ਲਿਸਨਰਸ ਜਿਹੜੇ ਨੇ ਨਾ, ਉਹਨਾਂ ਦੇ ਕੋਲੇ ਬਹੁਤ ਕਹਾਣੀਆਂ ਪਈਆਂ ਹੁੰਦੀਆਂ ਨੇ। ਮੇਰਾ ਜੀ ਕਰਦਾ ਹੁੰਦਾ ਵੀ ਕੱਲੇ ਕੱਲੇ ਦੇ ਅੰਦਰ ਪੌੜੀ ਲਾ ਕੇ ਮੈਂ ਦੇਖਾਂ ਵੀ ਇਹਨਾਂ ਦੇ ਅੰਦਰ ਕੀ ਗੁਜ਼ਰ ਰਹੀ ਹੈ। ਇੰਨੇ ਕਈ ਵਾਰੀ ਖੂਬਸੂਰਤ ਗੱਲਾਂ ਕਰਦੇ ਨੇ। ਮੈਂ ਕੱਲ੍ਹ ਦੀ ਗੱਲ ਦੱਸਦੀ ਹਾਂ। ਮੈਂ ਕਾਰ 'ਚ ਜਾ ਰਹੀ ਸੀ, ਕੋਈ ਮੈਨੂੰ ਲੈ ਕੇ ਲੈਣ ਆਈ ਸੀਗੇ। ਉੱਥੇ ਇੱਕ ਮੁੰਡੇ ਨੇ ਫੋਨ ਕਰ ਲਿਆ ਰਸਤੇ 'ਚ। ਅੱਛਾ। ਤੇ ਫੋਨ ਕੀਤਾ ਤਾਂ ਮੁੰਡੇ ਨੇ ਕਿਹਾ ਮੇਰਾ ਨਾਮ ਜਸਪ੍ਰੀਤ ਹੈ। ਮੈਂ ਕਿਹਾ ਤੂੰ ਕੱਲ੍ਹ ਸਾਡੀ ਗੈਦਰਿੰਗ 'ਚ ਸੀਗਾ ਨਾ? ਕਹਿੰਦਾ ਮੈਡਮ ਮੈਂ ਤਾਂ ਨਹੀਂ ਸੀਗਾ, ਪਰ ਤੁਸੀਂ ਉਹੀ ਹੋ ਜਿਹੜੇ ਐਤਵਾਰ ਨੂੰ ਬੋਲਦੇ ਹੁੰਦੇ। ਅੱਛਾ ਅੱਛਾ। ਮੈਨੂੰ ਇੰਨਾ ਚੰਗਾ ਲੱਗਿਆ ਵੀ ਮੇਰੀ ਆਵਾਜ਼ ਦੀ ਪਛਾਣ ਇਹਨਾਂ ਦੇ ਇੰਨੇ ਛੋਟੇ ਜਿਹੇ ਪਲਾਂ ਦੇ ਵਿੱਚ ਆ ਜਾਂਦੀ ਹੈ। ਬਿਲਕੁਲ। ਪਰਮਾਤਮਾ ਕਰੇ ਇਹ ਇਸੇ ਤਰ੍ਹਾਂ ਬਰਕਰਾਰ ਰਹੇ। ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਤੁਹਾਡੀ ਜਿਹੜੀ ਕਲਮ ਹੈ ਉਹ ਹੋਰ ਵੀ ਬੁਲੰਦੀਆਂ ਨੂੰ ਛੂਹੇ। ਤੇ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਮੈਂ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਪੌੜੀ ਲਾ ਕੇ ਉਤਰਨਾ ਚਾਹੁੰਦੀ ਹਾਂ, ਹੋਰ ਡੂੰਘਾਈ ਦੇ ਨਾਲ, ਗਹਿਰਾਈ ਦੇ ਨਾਲ ਬਹੁਤ ਕੁਝ ਕੱਢ ਕੇ ਤੁਸੀਂ ਬਾਹਰ ਲਿਆ ਸਕੋ, ਤਾਂ ਕਿ ਕੁਝ ਲੋਕਾਂ ਦਾ ਜਿਹੜਾ ਅੰਦਰ ਸਮੇਟਿਆ ਹੋਇਆ ਬਹੁਤ ਕੁਝ ਉਹ ਬਾਹਰ ਹੈ ਨਾ, ਉਹ ਬਾਹਰ ਨਿਕਲੇ। ਤੇ ਇੰਨੀ ਡੂੰਘਾਈ ਤੱਕ ਉਤਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੇ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਗੱਲ ਦੀ ਹਮੇਸ਼ਾ ਤਿਆਰੀ 'ਚ ਰਹਿੰਦੇ ਹੋ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਵਧੀਆ ਤੁਹਾਡਾ ਪੜ੍ਹਨ ਲਈ ਮਿਲੂਗਾ। ਮੈਂ ਨਵਜੋਤ ਤੇਰਾ ਧੰਨਵਾਦ ਕਰਦੀ ਹਾਂ, ਕਿਉਂਕਿ ਮੈਂ ਇੱਥੇ ਆ ਕੇ ਐਂ ਮੁੜ ਜਾਣਾ ਸੀਗਾ ਆਪਣੇ ਲੋਕਾਂ ਨੂੰ ਮਿਲ ਕੇ, ਜਿਹੜੇ ਮਲਾਜੇਦਾਰੀਆਂ ਪੂਰੀਆਂ ਕਰਕੇ ਜੀ। ਪਰ ਤੂੰ ਮੈਨੂੰ ਰੇਡੀਓ ਤੇ ਬੁਲਵਾ ਕੇ ਬਹੁਤ ਵੱਡਾ ਪੁੰਨ ਕੀਤਾ ਕਿ ਤੂੰ ਮੇਰੇ ਲਈ, ਮੇਰਾ ਗੁੱਡ ਲੱਕ ਹੈ ਇਹ, ਕਿਉਂਕਿ ਮੈਂ ਕੱਲ੍ਹ ਨੂੰ ਬੁਲਾਉਣਾ ਸੀ ਤੁਹਾਨੂੰ, ਕਿਉਂਕਿ ਤੁਸੀਂ ਮੇਰੀ ਵੰਡਰਫੁਲ ਵੂਮਨ ਹੋ। ਪਰ ਦਿਨ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਬੇਸ਼ੱਕ ਮੈਂ ਕੱਲ੍ਹ ਲਈ ਇਹ ਸੈਗਮੈਂਟ ਰੱਖਿਆ ਹੋਇਆ। ਅੱਜ ਤੁਸੀਂ ਸ਼ਾਮਿਲ ਹੋਏ, ਸਮਾਂ ਕੱਢਿਆ, ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ।